ਟੋਲਸਟਾਏ ਦਾ ਨੋਵਲਟ ਹੈ ਸ਼ੈਤਾਨ। ਇਸ ਦੀ ਵਿਸ਼ੇਸ਼ਤਾ, ਮਹਾਨ ਰੂਸੀ ਲੇਖਕ ਲਿਓ ਟੋਲਸਟਾਏ ਨੇ ਇਹ ਕਹਾਣੀ ਆਪਣੇ ਵਿਆਹ ਤੋਂ 27 ਸਾਲਾਂ ਬਾਅਦ ਉਦੋਂ ਲਿਖੀ ਜਦੋਂ 13 ਧੀਆਂ ਪੁੱਤਾਂ ਦਾ ਬਾਪ ਬਣ ਚੁੱਕਿਆ ਸੀ। ਉਹਨੇ 34 ਸਾਲ ਦੀ ਉਮਰ 'ਚ ਲਗਭਗ ਆਪਣੇ ਨਾਲੋਂ ਅੱਧੀ ਉਮਰ ਦੀ ਕੁੜੀ ਸੋਨੀਆ ਨਾਲ ਇਹ ਕਹਿ ਕੇ ਵਿਆਹ ਕਰਵਾਇਆ ਸੀ ਕਿ ਉਹ ਉਹਨੂੰ ਪਿਆਰ ਕਰਦਾ ਸੀ, ਪਰ ਅਜਿਹਾ ਕਹਿ ਕੇ ਉਹਨੇ ਸੋਨੀਆ ਨੂੰ ਹੀ ਨਹੀਂ ਆਪਣੇ ਆਪ ਨੂੰ ਵੀ ਧੋਖਾ ਦਿੱਤਾ ਸੀ, ਕਿਉਂਕਿ 4 ਸਾਲ ਪਹਿਲਾਂ ਉਹਨੂੰ ਇੱਕ ਵਿਆਹੁਤਾ ਕਿਸਾਨ ਇਸਤਰੀ ਐਕਸੀਨੀਆ ਨਾਲ ਅਜਿਹਾ ਪਿਆਰ ਹੋ ਗਿਆ ਸੀ ਜਿਹੋ ਜਿਹਾ ਪਿਆਰ ਉਹਨੇ ਪਹਿਲਾਂ ਕਦੇ ਨਹੀਂ ਹੋਇਆ ਸੀ। ਉਹ ਇਸ ਨੂੰ ਇੱਕ ਪਤੀ ਵਾਂਗ ਹੀ ਪਿਆਰ ਕਰਦਾ ਸੀ। ਇਸ ਪਿਆਰ ਵਿੱਚੋਂ ਇੱਕ ਪੁੱਤਰ ਨੇ ਵੀ ਜਨਮ ਲਿਆ ਸੀ ਜਿਹਦੀ ਸ਼ਕਲ ਟੋਲਸਟਾਏ ਨਾਲ ਮਿਲਦੀ ਸੀ। ਉਹ ਐਕਸੀਨੀਆ ਨੂੰ ਸਾਰੀ ਉਮਰ ਨਹੀਂ ਭੁੱਲ ਸਕਿਆ। ਜਦ ਉਹਨੂੰ ਕਿਸੇ ਦੇ ਨੰਗੇ ਪੈਰ ਦਿਖਾਈ ਦੇ ਜਾਂਦੇ ਉਹਨੂੰ ਐਕਸੀਨੀਆ ਯਾਦ ਆ ਜਾਂਦੀ। ਵਿਆਹ ਪਿੱਛੋਂ ਜਦੋਂ ਸੋਨੀਆ ਨੇ ਐਕਸੀਨੀਆ ਨੂੰ ਦੇਖਿਆ ਤੇ ਇਹ ਸੁਣਿਆ ਕਿ ਟੋਲਸਟਾਏ ਦੀ ਮਾਸ਼ੂਕ ਸੀ, ਉਹ ਹਮੇਸ਼ਾ ਵਾਸਤੇ ਉਹਦੇ ਢਿੱਡ 'ਚ ਵੜ ਗਈ। ਉਹ ਨੀਂਦ ਵਿੱਚ ਵੀ ਉਸ ਨਾਲ ਲੜਦੀ ਰਹਿੰਦੀ, ਉਹਨੂੰ ਕਤਲ ਕਰਦੀ ਰਹਿੰਦੀ, ਤੇ ਜਦ ਕਦੀ ਟੋਲਸਟਾਏ ਨਾਲ ਉਹਦਾ ਝਗੜਾ ਹੋ ਜਾਂਦਾ ਉਹਨੂੰ ਐਕਸੀਨੀਆ ਦੇ ਮਿਹਣੇ ਦੇ ਕੇ ਉਹਦੇ ਜ਼ਖਮਾਂ ਉੱਤੇ ਲੂਣ ਛਿੜਕਦੀ ਤੇ ਉਹਨੂੰ ਠਿੱਠ ਕਰਦੀ। ਟੋਲਸਟਾਏ ਆਪਣੇ ਆਪ ਨੂੰ ਅਪਰਾਧੀ ਸਮਝਦਾ ਤੇ ਆਪਣੀ ਉਸ ਗਲਤੀ ਉੱਤੇ ਪਛਤਾਉਂਦਾ। ਪਛਤਾਵੇ ਤੇ ਪਾਪ ਦੀ ਇਸ ਭਾਵਨਾ ਵਿੱਚੋਂ ਸ਼ੈਤਾਨ ਕਹਾਣੀ ਦਾ ਜਨਮ ਹੋਇਆ ਤੇ 1899 ਵਿੱਚ ਉਹਨੇ ਆਪਣੇ ਮਨ ਦਾ ਬੋਝ ਹਲਕਾ ਕਰਨ ਲਈ ਇਹ ਕਹਾਣੀ ਲਿਖੀ, ਪਰ ਸੋਨੀਆ ਦੇ ਕਲੇਸ਼ ਤੋਂ ਡਰ ਕੇ ਸੰਦੂਕੜੀ 'ਚ ਬੰਦ ਕਰਕੇ ਰੱਖ ਦਿੱਤੀ। 20 ਸਾਲਾਂ ਬਾਅਦ 1909 ਵਿੱਚ ਜਦ ਸੋਨੀਆ ਘਰ ਦੀ ਸਫਾਈ ਕਰਵਾ ਰਹੀ ਸੀ, ਇਹ ਕਹਾਣੀ ਉਹਦੇ ਹੱਥ ਲੱਗ ਗਈ। ਪੜ੍ਹ ਕੇ ਉਹਨੂੰ ਸੱਤੀ ਕੱਪੜੀ ਅੱਗ ਲੱਗ ਗਈ ਤੇ ਉਹਨੇ 81-82 ਸਾਲ ਦੇ ਬੁੱਢੇ ਟੋਲਸਟਾਏ ਨਾਲ ਉਹ ਕੁੱਤੇ ਖਾਣੀ ਕੀਤੀ ਕਿ ਰਹੇ ਰੱਬ ਦਾ ਨਾਮ। ਟੋਲਸਟਾਏ ਦੀ ਮੌਤ 1910 ਤੱਕ ਇਹ ਕਹਾਣੀ ਛਪੀ ਨਹੀਂ ਸੀ। ਸ਼ੈਤਾਨ। ਪਰ ਮੈਂ ਤੈਨੂੰ ਆਖਦਾ ਕਿ ਹਰ ਉਸ ਬੰਦੇ ਨੇ ਜਿਹਨੇ ਇਸਤਰੀ ਨੂੰ ਹਵਸ ਭਰੀਆਂ ਨਜ਼ਰਾਂ ਨਾਲ ਵੇਖਿਆ ਹੈ, ਉਸ ਨਾਲ ਵਿਚਾਰ ਕੀਤਾ ਹੈ ਜਿਹੜਾ ਪਹਿਲਾਂ ਹੀ ਉਹਦੇ ਦਿਲ ਵਿੱਚ ਸੀ। ਜੇਕਰ ਤੇਰੀ ਸੱਜੀ ਅੱਖ ਤੇਰੀ ਠੋਕਰ ਦਾ ਕਾਰਨ ਬਣਦੀ ਹੈ ਤਾਂ ਇਹਨੂੰ ਬਾਹਰ ਕੱਢ ਤੇ ਪਰੇ ਸੁੱਟ ਦੇ, ਕਿਉਂਕਿ ਤੇਰੇ ਲਈ ਇਹੀ ਲਾਹੇਵੰਦਾ ਰਹੇਗਾ ਕਿ ਤੇਰੇ ਸਰੀਰ ਦਾ ਇੱਕ ਹਿੱਸਾ ਤਬਾਹ ਹੋ ਜਾਵੇ, ਨਾ ਕਿ ਸਾਰਾ ਸਰੀਰ ਤਬਾਹ ਹੋ ਜਾਏ ਤੇ ਤੇਰਾ ਸਰੀਰ ਨਰਕ 'ਚ ਨਾ ਸੁੱਟਿਆ ਜਾਵੇ। ਜੇਕਰ ਤੇਰਾ ਸੱਜਾ ਹੱਥ ਤੇਰੀ ਠੋਕਰ ਦਾ ਕਾਰਨ ਬਣਦਾ ਹੈ ਤਾਂ ਇਸ ਨੂੰ ਕੱਟ ਦੇ, ਆਪਣੇ ਨਾਲੋਂ ਅੱਡ ਕਰਕੇ ਸੁੱਟ ਦੇ, ਕਿਉਂਕਿ ਤੇਰੇ ਲਈ ਇਹੀ ਲਾਹੇਵੰਦਾ ਰਹੇਗਾ ਕਿ ਤੇਰਾ ਅੰਗ ਨਸ਼ਟ ਹੋ ਜਾਏ ਤੇ ਸਾਰਾ ਸਰੀਰ ਨਰਕ 'ਚ ਨਾ ਪੈ ਜਾਏ। ਮੈਥਿਊ 28:29-30। ਯੂਜੀਨ ਇਰਤੀ ਨੇ ਬਾਪ ਦੀ ਮੌਤ ਪਿੱਛੋਂ ਸਰਕਾਰੀ ਨੌਕਰੀ ਛੱਡ ਕੇ ਪਿੰਡ 'ਚ ਆਪਣੀ ਜਾਗੀਰ ਉੱਪਰ ਰਹਿਣ ਦਾ ਫੈਸਲਾ ਕਰਦਾ ਹੈ। 26 ਸਾਲ ਦੀ ਉਮਰ ਉਹ ਸਰੀਰਕ ਤੇ ਮਾਨਸਿਕ ਸ਼ਕਤੀਆਂ ਨਾਲ ਭਰਪੂਰ ਹੈ। ਉਸ ਵਿੱਚ ਕੇਵਲ ਇੱਕ ਹੀ ਨੁਕਸ ਹੈ, ਉਹਨੂੰ ਦੂਰ ਦੀਆਂ ਚੀਜ਼ਾਂ ਸਾਫ਼ ਨਜ਼ਰ ਨਹੀਂ ਆਉਂਦੀਆਂ। ਉਹਦੀ ਮਾਂ ਉਹਦੇ ਕੋਲ ਰਹਿੰਦੀ ਹੈ, ਉਹਨੂੰ ਉਹ ਬਹੁਤ ਪਿਆਰ ਕਰਦੀ ਹੈ। ਉਹਦੇ ਯਾਰ ਦੋਸਤ ਵੀ ਉਹਨੂੰ ਪਿਆਰ ਕਰਦੇ ਹੈ। ਉਹਦੀ ਪ੍ਰਭਾਵਸ਼ਾਲੀ ਸ਼ਖਸੀਅਤ ਉਹਨੂੰ ਹਰ ਕਿਸਮ ਦੇ ਬਾਹਰਲੇ ਕੰਮ ਕਰਵਾਉਣ 'ਚ ਸਹਾਈ ਹੁੰਦੀ ਹੈ। ਉਹਦਾ ਬਾਪ ਭਾਵੇਂ ਕਾਫੀ ਸਾਰਾ ਕਰਜ਼ਾ ਛੱਡ ਕੇ ਮਰਿਆ ਸੀ, ਪਰ ਉਹਨੇ ਆਪਣੀ ਸਿਆਣਪ ਤੇ ਮਿਹਨਤ ਨਾਲ ਜਾਗੀਰ ਦਾ ਅਜਿਹਾ ਪ੍ਰਬੰਧ ਕੀਤਾ ਕਿ ਥੋੜੇ ਸਮੇਂ 'ਚ ਹੀ ਉਹ ਅਮੀਰ ਜਾਗੀਰਦਾਰਾਂ ਵਿੱਚ ਗਿਣਿਆ ਜਾਣ ਲੱਗ ਪਿਆ। ਪਰ ਆਪਣੀ ਖੁਸ਼ਹਾਲੀ ਦੇ ਬਾਵਜੂਦ ਆਪਣੇ ਜੀਵਨ 'ਚ ਔਰਤ ਦੀ ਘਾਟ ਬੁਰੀ ਤਰ੍ਹਾਂ ਮਹਿਸੂਸ ਕਰ ਰਿਹਾ ਸੀ। ਹੁਣ ਤੱਕ ਉਹਨੇ ਆਪਣੀਆਂ ਭਾਵਨਾਵਾਂ ਨੂੰ ਕਾਬੂ 'ਚ ਰੱਖਿਆ ਸੀ, ਪਰ ਹੁਣ ਉਹਦਾ ਆਪਣੇ ਆਪ ਉੱਤੇ ਕਾਬੂ ਘਟਦਾ ਜਾ ਰਿਹਾ ਸੀ। ਕਦੇ-ਕਦੇ ਉਹ ਆਪਣੀ ਜਿਨਸੀ ਭੁੱਖ ਦੀ ਤ੍ਰਿਪਤੀ ਲਈ ਸ਼ਹਿਰ ਜਾਣ ਬਾਰੇ ਸੋਚਦਾ, ਪਰ ਕਿੱਥੇ ਜਾਵੇ? ਆਪਣੀ ਮਨ ਮਰਜ਼ੀ ਦੀ ਔਰਤ ਕਿਵੇਂ ਪ੍ਰਾਪਤ ਕਰੇ? ਉਹ ਆਪਣੀ ਇਸ ਲੋੜ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰ ਰਿਹਾ ਸੀ, ਪਰ ਇਸ ਲੋੜ ਨੂੰ ਪੂਰਾ ਕਰਨ ਲਈ ਉਹ ਆਜ਼ਾਦ ਨਹੀਂ ਸੀ। ਉਹਦੀਆਂ ਭੁੱਖੀਆਂ ਨਜ਼ਰਾਂ ਆਪ ਮੁਹਾਰੇ ਹਰ ਔਰਤ ਦਾ ਪਿੱਛਾ ਕਰਨ ਲੱਗ ਪੈਂਦੀਆਂ, ਪਰ ਉਹਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਸੀ ਕਿ ਉਹ ਕਿਸੇ ਨੌਕਰਾਣੀ ਜਾਂ ਪਿੰਡ ਦੀ ਕਿਸੇ ਕਿਸਾਨ ਇਸਤਰੀ ਨਾਲ ਸੰਬੰਧ ਕਾਇਮ ਕਰ ਲਏ। ਉਹਨੇ ਸੁਣ ਰੱਖਿਆ ਸੀ ਕਿ ਉਹਦੇ ਬਾਪ ਦਾਦਾ ਇਸ ਮਾਮਲੇ 'ਚ ਬਾਕੀ ਜਾਗੀਰਦਾਰਾਂ ਨਾਲੋਂ ਬਿਲਕੁਲ ਵੱਖਰੇ ਸੀ। ਉਹਨਾਂ ਨੇ ਘਰ ਦੀ ਕਿਸੇ ਨੌਕਰਾਣੀ ਜਾਂ ਪਿੰਡ ਦੀ ਕਿਸੇ ਇਸਤਰੀ ਨਾਲ ਸੰਬੰਧ ਕਾਇਮ ਨਹੀਂ ਕੀਤੇ ਸੀ। ਉਹਨੇ ਵੀ ਫੈਸਲਾ ਕਰ ਰੱਖਿਆ ਕਿ ਉਹ ਅਜਿਹਾ ਨਾਜਾਇਜ਼ ਕੰਮ ਨਹੀਂ ਕਰੇਗਾ। ਪਰ ਜਿਉਂ-ਜਿਉਂ ਉਹ ਇਸ ਬਾਰੇ ਸੋਚਦਾ ਗਿਆ, ਉਹਦੇ ਵਿਚਾਰ ਬਦਲਦੇ ਗਏ ਤੇ ਅਖੀਰ ਉਹਨੇ ਫੈਸਲਾ ਕਰ ਲਿਆ ਉਹਦੀ ਇਹ ਲੋੜ ਇੱਥੇ ਹੀ ਜਾਗੀਰ ਉੱਤੇ ਪੂਰੀ ਹੋ ਸਕਦੀ ਹੈ। ਉਹ ਵਿਚਾਰ ਖਾਤਰ ਨਹੀਂ, ਸਗੋਂ ਆਪਣੀ ਸਰੀਰਕ ਲੋੜ ਖਾਤਰ ਅਜਿਹਾ ਕਰਨਾ ਚਾਹੁੰਦਾ ਸੀ। ਬਸ ਫੈਸਲਾ ਕਰਨ ਦੀ ਦੇਰ ਸੀ। ਉਹ ਇਸ ਉੱਤੇ ਅਮਲ ਕਰਨ ਲਈ ਬੇਕਰਾਰ ਹੋ ਗਿਆ। ਹੁਣ ਜਦੋਂ ਪਿੰਡ ਦੇ ਬਜ਼ੁਰਗਾਂ, ਕਿਸਾਨਾਂ ਜਾਂ ਮਿਸਤਰੀਆਂ ਨਾਲ ਗੱਲ ਕਰਦਾ, ਉਹਦੀ ਗੱਲਬਾਤ ਮੁੜ ਘਿੜ ਕੇ ਇਸਤਰੀਆਂ ਦੁਆਲੇ ਘੁੰਮਣ ਲੱਗ ਪੈਂਦੀ ਤੇ ਉਹ ਇਸਤਰੀਆਂ ਬਾਰੇ ਗੱਲਾਂ ਕਰੀ ਜਾਂਦਾ।
ਦਿਮਾਗ 'ਚ ਫੈਸਲਾ ਕਰ ਲੈਣਾ ਹੋਰ ਗੱਲ ਸੀ, ਇਹਨੂੰ ਅਮਲ 'ਚ ਲਿਆਉਣਾ ਹੋਰ ਗੱਲ। ਇਸ ਕੰਮ ਲਈ ਕਿਸੇ ਇਸਤਰੀ ਨਾਲ ਸਿੱਧੀ ਗੱਲ ਕਰਨੀ ਉਸ ਵਾਸਤੇ ਅਸੰਭਵ ਸੀ। ਉਹਦੇ ਸਾਹਮਣੇ ਅਨੇਕਾਂ ਪ੍ਰਸ਼ਨ ਖੜੇ ਹੋ ਜਾਂਦੇ। ਕਿਹੜੀ ਤੀਵੀਂ ਨੂੰ ਪੁੱਛਾਂ, ਕਿੱਥੇ ਪੁੱਛਾਂ, ਕਦੋਂ ਪੁੱਛਾਂ, ਕਿਵੇਂ ਪੁੱਛਾਂ। ਇਹ ਕੰਮ ਤਾਂ ਕਿਸੇ ਹੋਰ ਬੰਦੇ ਰਾਹੀਂ ਹੋ ਸਕਦਾ, ਪਰ ਕਿਹਦੇ ਰਾਹੀਂ? ਉਹ ਇਸ ਬਾਰੇ ਕਿਹਦੇ ਨਾਲ ਗੱਲ ਕਰੇ? ਉਹ ਪਾਣੀ ਪੀਣ ਲਈ ਚੌਕੀਦਾਰ ਦੇ ਕਮਰੇ 'ਚ ਗਿਆ। ਚੌਕੀਦਾਰ ਉਹਦੇ ਬਾਪ ਦੇ ਵੇਲੇ ਦਾ ਪੁਰਾਣਾ ਬੰਦਾ ਸੀ। ਉਹਨੇ ਸੋਚਿਆ ਚੌਕੀਦਾਰ ਨਾਲ ਗੱਲ ਕੀਤੀ ਜਾ ਸਕਦੀ ਹੈ। ਚੌਕੀਦਾਰ ਨੂੰ ਪੁਰਾਣੀਆਂ ਗੱਲਾਂ ਕਰਨ ਦੀ ਆਦਤ ਸੀ। ਚੌਕੀਦਾਰ ਡੇਨੀਅਲ ਉਹਨੂੰ ਪੁਰਾਣੀਆਂ ਗੱਲਾਂ ਸੁਣਾਉਣ ਲੱਗ ਪਿਆ। ਇੱਕ ਵਾਰ ਉਹਦੇ ਪਿਤਾ ਨਾਲ ਸ਼ਿਕਾਰ ਖੇਡਣ ਗਿਆ ਸੀ। ਉਹਨਾਂ ਨੂੰ ਰਾਤ ਪੈ ਗਈ ਸੀ। ਉਹਨਾਂ ਨੂੰ ਸੈਕਸਟਰ ਦੀ ਕੁੱਲੀ ਵਿੱਚ ਰਾਤ ਕੱਟਣੀ ਪਈ। ਡੇਨੀਅਲ ਉਸ ਰਾਤ ਉਸਦੇ ਪਿਤਾ ਲਈ ਇੱਕ ਤੀਵੀਂ ਲੈ ਕੇ ਆਇਆ ਸੀ। ਯੂਜੀਨ ਨੇ ਪੁੱਛਿਆ, ਤੂੰ ਅਜੇ ਗੰਦੇ ਕੰਮ ਵੀ ਕਰ ਲੈਂਦਾ ਸੀ? ਇਸ 'ਚ ਗੰਦਾ ਕੰਮ ਕੀ ਸੀ? ਤੀਵੀਂ ਖੁਸ਼ ਸੀ, ਤੁਹਾਡੇ ਪਿਤਾ ਜੀ ਖੁਸ਼ ਸੀ, ਮੈਨੂੰ 1 ਰੂਬਲ ਇਨਾਮ ਮਿਲ ਗਿਆ। ਤੈਨੂੰ ਪਤਾ ਡੇਨੀਅਲ, ਮੈਂ ਅਜਿਹੀ ਗੱਲ ਬਰਦਾਸ਼ਤ ਨਹੀਂ ਕਰ ਸਕਦਾ। ਉਹਦਾ ਮੂੰਹ ਲਾਲ ਹੋ ਗਿਆ। ਮੈਂ ਕੋਈ ਸਾਧੂ ਨਹੀਂ ਹਜ਼ੂਰ, ਮੈਨੂੰ ਇਹਨਾਂ ਗੱਲਾਂ ਦੀ ਆਦਤ ਹੈ, ਡੇਨੀਅਲ ਨੇ ਮੁਸਕਰਾ ਕੇ ਆਖਿਆ। ਉਹਨੇ ਮਹਿਸੂਸ ਕੀਤਾ ਜੋ ਕੁਝ ਡੇਨੀਅਲ ਆਖ ਰਿਹਾ ਸੀ ਮੂਰਖਤਾ ਭਰਿਆ ਸੀ, ਪਰ ਉਹਨੂੰ ਖੁਸ਼ੀ ਸੀ ਕਿ ਡੇਨੀਅਲ ਇਹਨਾਂ ਗੱਲਾਂ ਨੂੰ ਠੀਕ ਸਮਝਦਾ ਸੀ। ਤੁਸੀਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ, ਚਾਹੋ ਤਾਂ ਇਸ ਦਾ ਪ੍ਰਬੰਧ ਹੋ ਸਕਦਾ ਹੈ। ਸਿਰਫ ਇੰਨਾ ਕੁ ਦੱਸ ਦਿਓ, ਤੁਹਾਨੂੰ ਕਿਹੋ ਜਿਹੀ ਚਾਹੀਦੀ ਹੈ? ਮੇਰੇ ਲਈ ਸਭ ਬਰਾਬਰ ਨੇ, ਫਿਰ ਵੀ ਉਹ ਬਦਸੂਰਤ ਨਾ ਹੋਵੇ ਤੇ ਸਿਹਤ ਦੀ ਮਾੜੀ ਨਾ ਹੋਵੇ। ਸਮਝ ਗਿਆ, ਡੇਨੀਅਲ ਨੇ ਥੋੜਾ ਸੋਚ ਕੇ ਆਖਿਆ। ਹਜ਼ੂਰ, ਬੜੀ ਲਜੀਜ਼ ਚੀਜ਼ ਹੈ ਉਹ, ਇੱਕ ਮਜ਼ੇਦਾਰ ਬੁਰਕੀ। ਪਿਛਲੀ ਪਤਝੜ 'ਚ ਹੀ ਉਹਦਾ ਵਿਆਹ ਹੋਇਆ। ਡੇਨੀਅਲ ਨੇ ਆਵਾਜ਼ ਧੀਮੀ ਕਰਕੇ ਆਖਿਆ। ਉਸ ਨਕੰਮੇ ਤੋਂ ਕੁਝ ਨਹੀਂ ਹੋਇਆ। ਇਹੋ ਜਿਹਾ ਨਕੰਮਾ ਜੇ ਅਗਲੀ ਦੇ ਪੱਲੇ ਪੈ ਜੇ ਤਾਂ ਅਗਲੀ ਕੀ ਕਰੇ? ਯੂਜੀਨ ਸ਼ਰਮ ਨਾਲ ਪਾਣੀ ਹੋ ਗਿਆ। ਨਾ ਨਾ ਨਾ, ਉਹਨੇ ਆਖਿਆ, ਮੈਨੂੰ ਅਜਿਹੀ ਕੋਈ ਨਹੀਂ ਚਾਹੀਦੀ। ਉਹ ਸਿਰਫ ਸਿਹਤਮੰਦ ਹੋਣੀ ਚਾਹੀਦੀ ਹੈ, ਕਿਸੇ ਕਿਸਮ ਦੀ ਚਰਚਾ ਵੀ ਨਹੀਂ ਹੋਣੀ ਚਾਹੀਦੀ। ਬਸ ਅਜਿਹੀ ਤੀਵੀਂ ਜਿਹਦਾ ਪਤੀ ਫੌਜ 'ਚ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਬਾਹਰ ਗਿਆ ਹੋਵੇ। ਮੈਂ ਸਤੈਪੀਨੀਦਾ ਨੂੰ ਹਜ਼ੂਰ ਦੇ ਪੇਸ਼ ਕਰੂੰਗਾ। ਉਹਦਾ ਪਤੀ ਕਿਸੇ ਸ਼ਹਿਰ ਰਹਿੰਦਾ ਹੈ, ਫੌਜੀ ਸਮਝੋ, ਬੜੀ ਫੰਨੀ ਤੀਵੀਂ ਹੈ, ਸਾਫ਼ ਸੁਥਰੀ, ਤੁਸੀਂ ਖੁਸ਼ ਹੋ ਜਾਓਗੇ। ਮੈਂ ਉਹਨੂੰ ਆਖਿਆ ਵੀ ਸੀ ਤੈਨੂੰ ਜਾਣਾ ਚਾਹੀਦਾ, ਪਰ ਉਹ ਠੀਕ ਹੈ, ਕਦੋਂ ਲਿਆਏਂਗਾ? ਤੁਸੀਂ ਆਖੋ ਤਾਂ ਕੱਲ ਨੂੰ ਹੀ ਆ ਸਕਦੀ ਹੈ। ਜਦ ਮੈਂ ਤੰਬਾਕੂ ਲੈਣ ਗਿਆ ਤਾਂ ਉਹਨੂੰ ਪੁੱਛੂੰਗਾ, ਤੁਸੀਂ ਦੁਪਹਿਰ ਦੇ ਖਾਣੇ ਵੇਲੇ ਇੱਧਰ ਆ ਜਾਣਾ ਜਾਂ ਗੁਸਲਖਾਨੇ ਦੇ ਪਿਛਲੇ ਪਾਸੇ ਬਗੀਚੇ 'ਚ ਆ ਜਾਣਾ। ਉਦੋਂ ਇੱਥੇ ਕੋਈ ਨਹੀਂ ਹੁੰਦਾ, ਨਾਲੇ ਰੋਟੀ ਖਾਣ ਪਿੱਛੋਂ ਸਭ ਲੋਕ ਸੁੱਤੇ ਹੋਣਗੇ। ਠੀਕ ਹੈ, ਫਿਰ ਉਦੋਂ ਹੀ ਸਹੀ। ਘੋੜੇ ਉੱਤੇ ਚੜਿਆ ਜਦ ਯੂਜੀਨ ਘਰ ਵੱਲ ਜਾ ਰਿਹਾ ਸੀ ਤੇ ਉਹ ਦੁਚਿੱਤੀ ਵਿੱਚ ਸੀ। ਖਬਰੇ ਕੀ ਹੋਊ? ਜੱਟੀ ਪਤਾ ਨਹੀਂ ਕਿਹੋ ਜਿਹੀ ਤੀਵੀਂ ਹੋਊਗੀ। ਜੇਕਰ ਉਹ ਕਸੋਬਲੀ ਹੋਈ, ਬਦਸੂਰਤ ਹੋਈ, ਨਹੀਂ ਉਹ ਸੋਹਣੀ ਹੋਏਗੀ। ਉਹਨੇ ਆਪਣੇ ਮਨ ਨੂੰ ਸਮਝਾਇਆ। ਉਹਨੂੰ ਦੇਖੀਆਂ ਹੋਈਆਂ ਕਈ ਸੋਹਣੀਆਂ ਇਸਤਰੀਆਂ ਯਾਦ ਆਈਆਂ, ਪਰ ਮੈਂ ਕੀ ਕਰੂੰਗਾ? ਸਾਰਾ ਦਿਨ ਉਹ ਆਪਣੇ ਆਪ 'ਚ ਉਲਝਿਆ ਰਿਹਾ। ਉਹਦਾ ਸਾਰਾ ਵਜੂਦ ਆਉਣ ਵਾਲੇ ਕੱਲ ਦੀ ਉਡੀਕ ਕਰ ਰਿਹਾ ਸੀ। ਅਗਲੇ ਦਿਨ ਉਹ ਚੌਕੀਦਾਰ ਦੀ ਕੁੱਲੀ ਵੱਲ ਚੱਲ ਪਿਆ। ਡੇਨੀਅਲ ਬਾਰ 'ਚ ਹੀ ਖੜਾ ਸੀ ਤੇ ਉਹਨੇ ਭਾਵਪੂਰਤ ਢੰਗ ਨਾਲ ਇਸ਼ਾਰਾ ਦਿੱਤਾ। ਯੂਜੀਨ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗ ਪਿਆ ਤੇ ਉਹ ਰਸੋਈ ਦੇ ਪਿਛਲੇ ਪਾਸੇ ਬਗੀਚੇ 'ਚ ਚਲਾ ਗਿਆ। ਉੱਥੇ ਕੋਈ ਵੀ ਨਹੀਂ ਸੀ। ਉਹਨੇ ਆਸੇ-ਪਾਸੇ ਦੇਖਿਆ। ਅਚਾਨਕ ਉਹਨੂੰ ਟਾਹਣੀ ਦੇ ਟੁੱਟਣ ਦੀ ਆਵਾਜ਼ ਆਈ। ਉਹਨੇ ਮੁੜ ਕੇ ਦੇਖਿਆ। ਉਹ ਛੋਟੀ ਜਿਹੀ ਨਦੀ ਦੇ ਪਾਰਲੇ ਪਾਸੇ ਸੰਘਣੇ ਦਰਖਤਾਂ ਵਿਚਕਾਰ ਖੜੀ ਸੀ। ਝਾੜੀਆਂ ਵਿੱਚੋਂ ਦੀ ਹੁੰਦਾ ਹੋਇਆ ਉਸ ਕੋਲ ਪਹੁੰਚ ਗਿਆ। ਉਹਨੇ ਬੂਟੀਆਂ ਵਾਲਾ ਗੂੜੇ ਲਾਲ ਰੰਗ ਦਾ ਸੂਟ ਪਾਇਆ ਸੀ। ਸਿਰ ਉੱਤੇ ਗੂੜੇ ਲਾਲ ਰੰਗ ਦਾ ਰੁਮਾਲ ਬੰਨ੍ਹ ਰੱਖਿਆ ਸੀ। ਪੈਰ ਉਹਦੇ ਨੰਗੇ ਸਨ। ਉਹ ਗੁਲਾਬ ਵਾਂਗ ਖਿੜੀ ਟਹਿਕੀ ਸੁੰਦਰ ਜੱਟੀ ਸੀ। ਸ਼ਰਮੀਲੀ ਮੁਸਕਾਨ ਉਹਦੇ ਚਿਹਰੇ ਉੱਪਰ ਖੇਡ ਰਹੀ ਸੀ। ਤੁਸੀਂ ਲੰਮਾ ਚੱਕਰ ਕੱਟ ਕੇ ਆਏ ਹੋ, ਉਹਨੇ ਆਖਿਆ। ਮੈਨੂੰ ਤਾਂ ਇੱਥੇ ਆਈ ਨੂੰ ਖਾਸਾ ਚਿਰ ਹੋ ਗਿਆ। ਉਹਦੇ ਨੇੜੇ ਹੋ ਗਿਆ। ਉਹਨੂੰ ਸਿਰ ਤੋਂ ਪੈਰਾਂ ਤੱਕ ਦੇਖਦਿਆਂ ਹੱਥ ਲਾਇਆ। 15 ਮਿੰਟਾਂ ਬਾਅਦ ਉਹ ਵੱਖ ਹੋ ਗਏ। ਉਹਨੇ ਆਪਣੀ ਐਨਕ ਲੱਭੀ। ਡੇਨੀਅਲ ਦੀ ਕੁੱਲੀ ਵੱਲ ਤੁਰ ਗਿਆ। ਡੇਨੀਅਲ ਨੇ ਪੁੱਛਿਆ, ਕਿਉਂ? ਮਾਲਕ ਹੋਈ ਤਸੱਲੀ? ਉਹਨੇ ਡੇਨੀਅਲ ਦੇ ਹੱਥ ਉੱਤੇ 1 ਰੂਬਲ ਰੱਖਿਆ ਤੇ ਉਹ ਘਰ ਚਲਾ ਗਿਆ। ਉਹ ਸੰਤੁਸ਼ਟ ਸੀ। ਪਹਿਲੇ ਉਹਨੇ ਕੁਝ ਸ਼ਰਮ ਮਹਿਸੂਸ ਕੀਤੀ ਸੀ, ਫਿਰ ਸਭ ਕੁਝ ਠੀਕ ਹੋ ਗਿਆ। ਸਭ ਤੋਂ ਵਧੀਆ ਗੱਲ ਇਹ ਸੀ ਕਿ ਉਹਦੇ ਅੰਦਰ ਸ਼ਾਂਤੀ ਸੀ ਤੇ ਉਹ ਪਹਿਲਾਂ ਨਾਲੋਂ ਵੱਧ ਸ਼ਕਤੀਸ਼ਾਲੀ ਮਹਿਸੂਸ ਕਰਦਾ ਸੀ। ਜਿੱਥੋਂ ਤੱਕ ਉਸ ਤੀਵੀਂ ਦਾ ਸਬੰਧ ਸੀ, ਉਹਨੇ ਚੰਗੀ ਤਰ੍ਹਾਂ ਦੇਖਿਆ ਵੀ ਨਹੀਂ ਸੀ। ਉਹਨੂੰ ਤਾਂ ਸਿਰਫ ਇਹੀ ਯਾਦ ਸੀ ਕਿ ਉਹ ਸਾਫ਼ ਸੁਥਰੀ ਸੀ, ਕੁਆਰੀ ਸੀ ਤੇ ਦੇਖਣੀ ਪੱਖਣੀ ਵੀ ਠੀਕ ਸੀ। ਸਾਦਾ ਸੁਭਾਅ ਦੀ ਸੀ ਤੇ ਉਸ ਵਿੱਚ ਕੋਈ ਵੱਲ ਛਲ ਨਹੀਂ ਸੀ। ਉਹ ਕਿਹਦੀ ਪਤਨੀ ਹੈ? ਉਹਨੇ ਆਪਣੇ ਆਪ ਨੂੰ ਪੁੱਛਿਆ। ਪੈਸ਼ਨੀਕੋਵ ਦੀ, ਡੇਨੀਅਲ ਨੇ ਦੱਸਿਆ। ਕਿਹੜਾ ਪੈਸ਼ਨੀਕੋਵ? ਇਸ ਗੋਤ ਦੇ ਤਾਂ 2 ਪਰਿਵਾਰ ਹਨ। ਸ਼ਾਇਦ ਇਹ ਬੁੱਢੇ ਮਾਈਕਲ ਦੀ ਨੂੰਹ ਸੀ। ਹਾਂ, ਉਹੀ ਹੋਏਗੀ। ਉਹਦਾ ਪੁੱਤਰ ਮਾਸਕੋ ਰਹਿੰਦਾ। ਇਸ ਬਾਰੇ ਮੈਂ ਡੇਨੀਅਲ ਨੂੰ ਫੇਰ ਪੁੱਛਾਂਗਾ। ਇਸ ਘਟਨਾ ਪਿੱਛੋਂ ਆਪਣੇ ਆਪ ਉੱਪਰ ਲਾਇਆ ਉਹਦਾ ਬੰਧਨ ਟੁੱਟ ਗਿਆ। ਉਹਦੇ ਮਨ ਦੀ ਸ਼ਾਂਤੀ ਵੀ ਬਹੁਤਾ ਚਿਰ ਭੰਗ ਨਾ ਰਹੀ ਤੇ ਉਹ ਆਪਣਾ ਕੰਮਕਾਰ ਪੂਰੀ ਆਜ਼ਾਦੀ ਨਾਲ ਕਰਨ ਲੱਗ ਪਿਆ।
ਉਸ ਤੋਂ ਅਜੇ ਆਪਣੇ ਬਾਪ ਦਾ ਕਰਜ਼ਾ ਵੀ ਨਹੀਂ ਉਤਾਰਿਆ ਗਿਆ ਸੀ। ਉਹਦੀ ਮਾਂ ਚਾਹੁੰਦੀ ਸੀ ਉਹ ਕਿਸੇ ਬਹੁਤ ਵੱਡੀ ਜਾਇਦਾਦ ਦੀ ਵਾਰਸ ਕੁੜੀ ਨਾਲ ਸ਼ਾਦੀ ਕਰ ਲਵੇ, ਪਰ ਯੂਜੀਨ ਇਸ ਤਰ੍ਹਾਂ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ ਜਿਸ ਤਰ੍ਹਾਂ ਉਹਦੀ ਮਾਂ ਚਾਹੁੰਦੀ ਸੀ। ਦੁਨਿਆਵੀ ਸਮੱਸਿਆਵਾਂ ਹੱਲ ਕਰਨ ਵਾਸਤੇ ਵਿਆਹ ਕਰਵਾਉਣ ਤੋਂ ਉਹਨੂੰ ਨਫ਼ਰਤ ਸੀ। ਉਹ ਪਿਆਰ ਦੀ ਖਾਤਰ ਇੱਜ਼ਤ ਮਾਣ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਜਿਨ੍ਹਾਂ ਕੁੜੀਆਂ ਨੂੰ ਉਹ ਮਿਲਦਾ ਸੀ ਉਹਨਾਂ ਨੂੰ ਇਸੇ ਨਜ਼ਰੀਏ ਤੋਂ ਦੇਖਦਾ ਸੀ, ਪਰ ਅਜੇ ਤੱਕ ਉਹ ਕੋਈ ਫੈਸਲਾ ਨਹੀਂ ਕਰ ਸਕਿਆ ਸੀ। ਇਸ ਦੌਰਾਨ ਉਹਦੀਆਂ ਆਸਾਂ ਤੋਂ ਉਲਟ ਸਟੈਪੀਨੀਦਾ ਨਾਲ ਉਹਦੇ ਸਬੰਧ ਬਣ ਗਏ, ਕਿਸੇ ਹੱਦ ਤੱਕ ਸਥਾਈ ਰੂਪ ਧਾਰਨ ਕਰ ਗਏ। ਯੂਜੀਨ ਵਿਭਚਾਰੀ ਨਹੀਂ ਸੀ। ਵਿਭਚਾਰ ਉਹਦੀਆਂ ਨਜ਼ਰਾਂ 'ਚ ਬਹੁਤ ਬੁਰੀ ਗੱਲ ਸੀ। ਆਪਣੇ ਆਪ ਉਹ ਸਟੈਪੀਨੀਦਾ ਨੂੰ ਮਿਲਣ ਦਾ ਪ੍ਰਬੰਧ ਨਹੀਂ ਕਰ ਸਕਦਾ ਸੀ। ਪਹਿਲੀ ਮੁਲਾਕਾਤ ਪਿੱਛੋਂ ਉਹਨੂੰ ਆਸ ਸੀ ਕਿ ਉਹਨੂੰ ਦੁਬਾਰਾ ਨਹੀਂ ਮਿਲੇਗਾ, ਪਰ ਕੁਝ ਸਮੇਂ ਪਿੱਛੋਂ ਪਹਿਲਾਂ ਵਾਂਗ ਹੀ ਬੇਚੈਨ ਹੋ ਗਿਆ। ਪਰ ਹੁਣ ਉਹਦੀ ਬੇਚੈਨੀ ਪਹਿਲਾਂ ਵਰਗੀ ਨਹੀਂ ਸੀ। ਉਹਨੂੰ ਸਟੈਪੀਨੀਦਾ ਦੀਆਂ ਚਮਕਦਾਰ ਅੱਖਾਂ ਨਜ਼ਰ ਆਉਂਦੀਆਂ। ਉਹਦੇ ਸ਼ਬਦ ਮੈਨੂੰ ਤਾਂ ਇੱਥੇ ਆਈ ਨੂੰ ਖਾਸਾ ਚਿਰ ਹੋ ਗਿਆ ਸੁਣਾਈ ਦਿੰਦੇ। ਉਹਦੀਆਂ ਬੂਟੀਆਂ ਵਾਲਾ ਗੂੜੇ ਰੰਗ ਦਾ ਸੂਟ ਉਹਦੀਆਂ ਅੱਖਾਂ ਅੱਗੇ ਲਹਿਰਾਉਂਦਾ। ਉਹ ਸੰਗਦਾ ਸੰਗਦਾ ਡੇਨੀਅਲ ਕੋਲ ਜਾਂਦਾ। ਪਹਿਲਾਂ ਵਾਂਗ ਹੀ ਦੁਪਹਿਰ ਦਾ ਸਮਾਂ ਨਿਯਤ ਹੁੰਦਾ। ਉੱਥੇ ਆਉਂਦੀ, ਉਸ ਨਾਲ ਸੰਬੰਧਿਤ ਹਰ ਚੀਜ਼ ਉਹਨੂੰ ਆਕਰਸ਼ਿਤ ਕਰਦੀ। ਇੱਕ ਦਿਨ ਗੱਲੀ ਬਾਤੀ ਉਹਨੇ ਉਹਨੂੰ ਉਹਦੇ ਪਤੀ ਬਾਰੇ ਪੁੱਛ ਹੀ ਲਿਆ। ਉਹ ਸੱਚਮੁੱਚ ਹੀ ਮਾਈਕਲ ਦਾ ਪੁੱਤਰ ਸੀ ਤੇ ਮਾਸਕੋ 'ਚ ਕੋਚਮੈਨੀ ਕਰਦਾ ਸੀ। ਪਰ ਇਹ ਸਭ ਕਿਵੇਂ ਚੱਲਦਾ ਹੈ? ਯੂਜੀਨ ਉਹਨੂੰ ਪੁੱਛਣਾ ਚਾਹੁੰਦਾ ਸੀ ਕਿ ਪਤੀ ਨਾਲ ਬੇਵਫਾਈ ਕਿਉਂ ਕਰਦੀ ਸੀ। ਕੀ ਮਤਲਬ ਇਹ ਕਿਵੇਂ ਚੱਲਦਾ ਹੈ? ਉਹਨੇ ਉਲਟਾ ਸਵਾਲ ਕੀਤਾ। ਸਪਸ਼ਟ ਸੀ ਉਹ ਬੜੀ ਚਲਾਕ ਤੇ ਹਾਜ਼ਰ ਜਵਾਬ ਔਰਤ ਸੀ। ਮੇਰਾ ਮਤਲਬ ਹੈ ਤੇਰਾ ਮੇਰੇ ਕੋਲ ਆਉਣ ਦਾ ਕਾਰਨ। ਉੱਥੇ ਐਸ਼ ਕਰਦਾ, ਮੈਂ ਇੱਥੇ ਕਿਉਂ ਨਾ ਕਰਾਂ? ਉਹ ਚਾਹੁੰਦੀ ਸੀ ਉਹ ਦੋਵੇਂ ਡੇਨੀਅਲ ਦੀ ਸਹਾਇਤਾ ਬਿਨਾਂ ਮਿਲਿਆ ਕਰਨ, ਪਰ ਉਹ ਨਹੀਂ ਮੰਨਿਆ ਕਿਉਂਕਿ ਹਰ ਵਾਰ ਉਹੀ ਸੋਚਦਾ ਸੀ ਕਿ ਇਹ ਉਹਦੀ ਆਖਰੀ ਮੁਲਾਕਾਤ ਹੈ। ਪਰ ਉਹਨੂੰ ਚੰਗੀ ਲੱਗਦੀ ਸੀ। ਅਜਿਹੇ ਮੇਲ ਮਿਲਾਪ ਨੂੰ ਜ਼ਰੂਰੀ ਸਮਝਦਾ ਸੀ। ਉਹਨੂੰ ਇਸ 'ਚ ਕੋਈ ਬੁਰਾਈ ਨਜ਼ਰ ਨਹੀਂ ਸੀ ਆਉਂਦੀ, ਪਰ ਉਹਦੀ ਆਤਮਾ ਦੀ ਡੂੰਘਾਈ ਵਿੱਚ ਇੱਕ ਅਜਿਹਾ ਜੱਜ ਬੈਠਾ ਸੀ ਜਿਹੜਾ ਉਹਦਾ ਸਮਰਥਨ ਨਹੀਂ ਕਰਦਾ ਸੀ ਤੇ ਉਮੀਦ ਕਰਦਾ ਸੀ ਕਿ ਉਹਦੀ ਇਹ ਮੁਲਾਕਾਤ ਆਖਰੀ ਹੋਏਗੀ। ਇਸੇ ਤਰ੍ਹਾਂ ਸਾਰੀਆਂ ਗਰਮੀਆਂ ਲੰਘ ਗਈਆਂ। ਉਹ 12 ਵਾਰ ਮਿਲੇ ਤੇ ਉਹ ਵੀ ਡੇਨੀਅਲ ਰਾਹੀਂ। ਇੱਕ ਦਿਨ ਉਹ ਆਈ ਨਾ ਕਿਉਂਕਿ ਉਹਦਾ ਪਤੀ ਆਇਆ ਹੋਇਆ ਸੀ। ਡੇਨੀਅਲ ਨੇ ਕੋਈ ਹੋਰ ਤੀਵੀਂ ਲਿਆਉਣ ਲਈ ਪੁੱਛਿਆ। ਉਹਨੇ ਨਫ਼ਰਤ ਨਾਲ ਇਨਕਾਰ ਕਰ ਦਿੱਤਾ। ਉਹਦਾ ਪਤੀ ਚਲਾ ਗਿਆ। ਉਹ ਫੇਰ ਆਉਣ ਲੱਗ ਪਈ। ਪਹਿਲਾਂ ਤਾਂ ਉਹ ਡੇਨੀਅਲ ਰਾਹੀਂ ਆਉਂਦੀ ਸੀ, ਪਰ ਹੁਣ ਉਹ ਸਮਾਂ ਨਿਯਤ ਕਰ ਲੈਂਦੇ ਤੇ ਉਹ ਇੱਕ ਹੋਰ ਤੀਵੀਂ ਪ੍ਰੇਖੋਰੇਵਾ ਨੂੰ ਨਾਲ ਲੈ ਕੇ ਆ ਜਾਂਦੀ ਕਿਉਂਕਿ ਕਿਸਾਨ ਤੀਵੀਆਂ ਇਕੱਲੀਆਂ ਬਾਹਰ ਨਹੀਂ ਜਾਂਦੀਆਂ ਸੀ। ਇਹ ਗੱਲ ਯੂਜੀਨ ਦੇ ਦਿਮਾਗ 'ਚ ਹੀ ਨਹੀਂ ਆਈ ਕਿ ਅਜਿਹੇ ਰਿਸ਼ਤਿਆਂ ਦੀ ਕੋਈ ਮਹੱਤਤਾ ਵੀ ਹੁੰਦੀ ਹੈ। ਉਹਨੂੰ ਪੈਸੇ ਦਿੰਦਾ ਸੀ ਤੇ ਬਸ। ਪਹਿਲਾਂ ਤੁਹਾਨੂੰ ਪਤਾ ਹੀ ਨਾ ਲੱਗਿਆ ਕਿ ਪਿੰਡ 'ਚ ਸਟੈਪੀਨੀਦਾ ਲੋਕਾਂ ਦੇ ਰਸ਼ਕ ਦਾ ਕੇਂਦਰ ਬਣ ਰਹੀ ਸੀ। ਉਹਦੇ ਰਿਸ਼ਤੇਦਾਰ ਉਸ ਕੋਲੋਂ ਪੈਸੇ ਲੈ ਜਾਂਦੇ ਸੀ ਤੇ ਉਹਨੂੰ ਹੱਲਾਸ਼ੇਰੀ ਦਿੰਦੇ ਸੀ। ਪਰਿਵਾਰ ਵੱਲੋਂ ਉਹਦੇ ਇਸ ਕੰਮ ਦੇ ਸਮਰਥਨ ਨਾਲ ਪਾਪ ਦੀ ਭਾਵਨਾ ਹੀ ਖਤਮ ਹੋ ਗਈ ਸੀ। ਜੇ ਲੋਕ ਉਸ ਉੱਤੇ ਰਸ਼ਕ ਕਰਦੇ ਸਨ ਤਾਂ ਇਹਦਾ ਮਤਲਬ ਸੀ ਕਿ ਉਹ ਕੋਈ ਚੰਗਾ ਕੰਮ ਕਰ ਰਹੀ ਸੀ। ਇਹ ਮੇਰੀ ਸਿਹਤ ਲਈ ਜ਼ਰੂਰੀ ਹੈ, ਉਹ ਸੋਚਦਾ। ਮੈਂ ਭਾਵੇਂ ਖੁਦ ਇਹਨੂੰ ਠੀਕ ਨਹੀਂ ਸਮਝਦਾ, ਭਾਵੇਂ ਕੋਈ ਕੁਝ ਨਹੀਂ ਆਖਦਾ, ਪਰ ਬਹੁਤ ਲੋਕਾਂ ਨੂੰ ਪਤਾ ਹੈ। ਉਹ ਤੀਵੀਂ ਜਿਹੜੀ ਉਹਦੇ ਨਾਲ ਆਉਂਦੀ ਹੈ, ਜਾਣਦੀ ਹੈ। ਉਹ ਕਈ ਲੋਕਾਂ ਨੂੰ ਦੱਸੇਗੀ, ਪਰ ਕੀਤਾ ਕੀ ਜਾਏ। ਮੈਂ ਬੁਰਾ ਕੰਮ ਕਰ ਰਿਹਾ, ਪਰ ਬੰਦਾ ਕਰੇ ਵੀ ਕੀ? ਨਾਲੇ ਇਹ ਕੰਮ ਮੈਂ ਹਮੇਸ਼ਾ ਤਾਂ ਨਹੀਂ ਕਰਨਾ। ਉਹ ਜਦ ਉਹਦੇ ਪਤੀ ਬਾਰੇ ਸੋਚਦਾ ਤਾਂ ਬਹੁਤ ਪਰੇਸ਼ਾਨ ਹੋ ਜਾਂਦਾ। ਪਹਿਲਾਂ ਤਾਂ ਉਹਦਾ ਖਿਆਲ ਸੀ ਕਿ ਉਹਦਾ ਪਤੀ ਗਰੀਬੜਾ ਜਿਹਾ ਬੰਦਾ ਹੋਏਗਾ, ਉਹਨੂੰ ਆਪਣਾ ਵਿਹਾਰ ਠੀਕ ਜਾਪਦਾ, ਪਰ ਜਦ ਉਹਨੇ ਉਹਦੇ ਪਤੀ ਨੂੰ ਦੇਖਿਆ ਉਹ ਹੈਰਾਨ ਹੋ ਗਿਆ। ਉਹ ਚੰਗਾ ਬਣਦਾ, ਫੱਬਦਾ, ਵਧੀਆ ਚੁਸਤ ਜਵਾਨ ਸੀ। ਉਸ ਨਾਲ ਉਹ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ, ਸਗੋਂ ਕਈ ਗੱਲਾਂ 'ਚ ਉਸ ਨਾਲੋਂ ਚੰਗਾ ਹੀ ਸੀ। ਅਗਲੀ ਵਾਰ ਜਦੋਂ ਉਸ ਕੋਲ ਆਈ ਤਾਂ ਉਹਨੇ ਉਹਨੂੰ ਦੱਸਿਆ ਕਿ ਉਹਨੇ ਉਹਦੇ ਪਤੀ ਨੂੰ ਦੇਖਿਆ ਸੀ ਤੇ ਉਹ ਹੈਰਾਨ ਸੀ ਕਿ ਉਹ ਇੰਨਾ ਵਧੀਆ ਬੰਦਾ ਸੀ। ਹਾਂ, ਉਸ ਵਰਗਾ ਬੰਦਾ ਸਾਰੇ ਪਿੰਡ 'ਚ ਨਹੀਂ, ਉਹਨੇ ਬੜੇ ਮਾਣ ਨਾਲ ਆਖਿਆ। ਇਹ ਸੁਣ ਕੇ ਯੂਜੀਨ ਹੋਰ ਵੀ ਹੈਰਾਨ ਹੋ ਗਿਆ। ਇਸ ਪਿੱਛੋਂ ਉਹਨੂੰ ਉਹਦੇ ਪਤੀ ਦਾ ਖਿਆਲ ਪਰੇਸ਼ਾਨ ਕਰ ਦਿੰਦਾ। ਇੱਕ ਦਿਨ ਡੇਨੀਅਲ ਨੇ ਬੜੇ ਸਾਫ਼ ਸ਼ਬਦਾਂ 'ਚ ਆਖਿਆ, ਕੱਲ ਮੈਨੂੰ ਮਾਈਕਲ ਦਾ ਮੁੰਡਾ ਪੁੱਛ ਰਿਹਾ ਸੀ ਕਿ ਕੀ ਇਹ ਸੱਚ ਹੈ ਕਿ ਮਾਲਕ ਮੇਰੀ ਤੀਵੀਂ ਨਾਲ ਰਹਿੰਦਾ ਹੈ। ਮੈਂ ਕਿਹਾ ਮੈਨੂੰ ਨਹੀਂ ਪਤਾ। ਫਿਰ ਵੀ ਮੈਂ ਕਿਹਾ ਕਿਸੇ ਕਿਸਾਨ ਨਾਲੋਂ ਮਾਲਕ ਤਾਂ ਚੰਗਾ ਹੀ ਹੈ। ਅੱਛਾ, ਫਿਰ ਉਹਨੇ ਕੀ ਆਖਿਆ? ਉਹਨੇ ਕਿਹਾ ਜ਼ਰਾ ਠਹਿਰੋ, ਮੈਂ ਪਤਾ ਕਰ ਲਵਾਂ। ਜੇਕਰ ਇਹ ਗੱਲ ਠੀਕ ਹੋਈ ਮੈਂ ਉਹਨੂੰ ਪੂਰੀ ਤਰ੍ਹਾਂ ਮਾਲਕ ਦੇ ਹਵਾਲੇ ਕਰ ਦਿਆਂਗਾ। ਹਾਂ, ਜੇਕਰ ਪਤੀ ਇੱਥੇ ਰਹਿਣ ਲਈ ਆ ਗਿਆ ਹੈ ਮੈਂ ਉਹਨੂੰ ਪੂਰੀ ਤਰ੍ਹਾਂ ਛੱਡ ਦਿਆਂਗਾ, ਯੂਜੀਨ ਨੇ ਸੋਚਿਆ। ਪਰ ਪਤੀ ਸ਼ਹਿਰ 'ਚ ਰਹਿੰਦਾ ਰਿਹਾ। ਉਹਦੇ ਸਬੰਧ ਪਹਿਲਾਂ ਵਾਂਗ ਹੀ ਚੱਲਦੇ ਰਹੇ। ਜਦੋਂ ਲੋੜ ਪਈ ਮੈਂ ਸਬੰਧ ਤੋੜ ਲਵਾਂਗਾ ਤੇ ਸਭ ਕੁਝ ਖਤਮ ਕਰ ਦਿਆਂਗਾ, ਉਹ ਸੋਚਦਾ। ਪਤਝੜ 'ਚ ਯੂਜੀਨ ਅਕਸਰ ਸ਼ਹਿਰ ਜਾਂਦਾ ਰਹਿੰਦਾ। ਉੱਥੇ ਲਿਜ਼ਾ ਨਾਂ ਦੀ ਕੁੜੀ ਨਾਲ ਉਹਨੂੰ ਪਿਆਰ ਹੋ ਗਿਆ। ਉਹਨੇ ਉਸ ਨਾਲ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ। ਇਸ ਪਿੱਛੋਂ ਸਟੈਪੀਨੀਦਾ ਨਾਲ ਉਹਦਾ ਮਿਲਣਾ ਜੁਲਣਾ ਬਿਲਕੁਲ ਹੀ ਬੰਦ ਹੋ ਗਿਆ।
ਲਿਜ਼ਾ ਲੰਬੀ ਸੀ, ਨਾਜ਼ੁਕ ਸੀ, ਸੋਹਣੀ ਸੀ। ਉਹਦੀਆਂ ਕਾਲੀਆਂ ਅੱਖਾਂ ਬਹੁਤ ਹੀ ਖੂਬਸੂਰਤ ਸਨ। ਉਹ ਜਦ ਵੀ ਲਿਜ਼ਾ ਬਾਰੇ ਸੋਚਦਾ ਉਹਦੀਆਂ ਅੱਖਾਂ ਹੀ ਉਹਨੂੰ ਨਜ਼ਰ ਆਉਂਦੀਆਂ ਸੀ। ਉਹਨੇ ਸਿਰਫ ਲਿਜ਼ਾ ਦਾ ਸਰੀਰ ਦੇਖਿਆ ਸੀ, ਉਹਦੀ ਆਤਮਾ ਬਾਰੇ ਉਹਨੂੰ ਕੁਝ ਵੀ ਨਹੀਂ ਸੀ ਪਤਾ। ਉਹਨੇ ਸਿਰਫ ਉਹਦੀਆਂ ਅੱਖਾਂ ਵੇਖੀਆਂ ਸੀ। ਉਹਦੀਆਂ ਅੱਖਾਂ ਨੇ ਸਭ ਕੁਝ ਦੱਸ ਦਿੱਤਾ ਸੀ ਜੋ ਕੁਝ ਉਹਨੇ ਜਾਣਨਾ ਚਾਹਿਆ ਸੀ। ਹਰ ਆਕਰਸ਼ਿਤ ਆਦਮੀ ਨਾਲ ਪਿਆਰ ਹੋ ਜਾਂਦਾ ਸੀ। ਪਿਆਰ ਦੀ ਦਸ਼ਾ ਵਿੱਚ ਉਹ ਬਹੁਤ ਹੀ ਖੁਸ਼ ਤੇ ਚੁਲਬਲੀ ਹੋ ਜਾਂਦੀ ਸੀ। ਪੜ੍ਹਾਈ ਛੱਡਣ ਪਿੱਛੇ ਨੌਜਵਾਨ ਨੂੰ ਪਿਆਰ ਕਰਨ ਦਾ ਉਹਦਾ ਇਹ ਸਿਲਸਿਲਾ ਚੱਲਦਾ ਰਿਹਾ। ਇਸੇ ਆਦਤ ਅਧੀਨ ਉਹਨੂੰ ਯੂਜ਼ੀਨ ਨਾਲ ਵੀ ਪਿਆਰ ਹੋ ਗਿਆ। ਪਿਆਰ ਦੀ ਮਸਤੀ ਕਾਰਨ ਹੀ ਉਹਦੀਆਂ ਅੱਖਾਂ 'ਚ ਅਜਿਹਾ ਆਕਰਸ਼ਣ ਸੀ ਜਿਹਨੇ ਯੂਜ਼ੀਨ ਨੂੰ ਵੱਸ 'ਚ ਕਰ ਲਿਆ ਸੀ। ਸਰਦੀਆਂ ਵਿੱਚ ਵੀ ਉਹ ਇੱਕੋ ਵੇਲੇ 2 ਆਦਮੀਆਂ ਨਾਲ ਪਿਆਰ ਕਰ ਚੁੱਕੀ ਸੀ। ਉਹ ਯੂਜ਼ੀਨ ਨੂੰ ਮਿਲਣ ਸਮੇਂ ਹੀ ਭਾਵੁਕ ਨਹੀਂ ਸੀ ਹੁੰਦੀ, ਸਗੋਂ ਪਹਿਲੇ ਪ੍ਰੇਮੀਆਂ ਦਾ ਨਾਂ ਸੁਣ ਕੇ ਵੀ ਭਾਵੁਕ ਹੋ ਜਾਂਦੀ ਸੀ। ਜਦ ਉਹਦੀ ਮਾਂ ਨੇ ਉਹਨੂੰ ਦੱਸਿਆ ਕਿ ਯੂਜ਼ੀਨ ਦੇ ਇਰਾਦੇ ਜ਼ਿਆਦਾ ਗੰਭੀਰ ਸਨ, ਤਾਂ ਪਹਿਲੇ ਦੋਹਾਂ ਪ੍ਰੇਮੀਆਂ ਵੱਲੋਂ ਧਿਆਨ ਹਟਾ ਕੇ ਉਹਨੇ ਆਪਣਾ ਸਾਰਾ ਧਿਆਨ ਯੂਜ਼ੀਨ ਉੱਪਰ ਕੇਂਦਰਿਤ ਕਰ ਦਿੱਤਾ। ਅਖੀਰ ਉਹਨਾਂ ਦੋਹਾਂ ਦੀ ਮੰਗਣੀ ਹੋ ਗਈ। ਉਹ ਜਿੰਨਾ ਬਹੁਤਾ ਉਸ ਬਾਰੇ ਜਾਣ ਰਿਹਾ ਸੀ, ਉਨਾ ਬਹੁਤਾ ਹੀ ਉਹਨੂੰ ਪਿਆਰ ਕਰ ਰਿਹਾ ਸੀ। 1 ਹਫ਼ਤੇ ਪਿੱਛੋਂ ਦੋਹਾਂ ਦਾ ਵਿਆਹ ਹੋ ਗਿਆ ਤੇ ਲਿਜ਼ਾ ਨਾਲ ਯੂਜ਼ੀਨ ਦੀ ਨਵੀਂ ਜ਼ਿੰਦਗੀ ਸ਼ੁਰੂ ਹੋ ਗਈ। ਸਮਾਂ ਲੰਘਦਾ ਗਿਆ, ਨਿੱਕੇ ਮੋਟੇ ਉਤਾਰ ਚੜ੍ਹਾਅ ਆਉਂਦੇ ਰਹੇ। ਜ਼ਿੰਦਗੀ ਉਹਦੀਆਂ ਇੱਛਾਵਾਂ ਅਨੁਸਾਰ ਠੀਕ ਤੁਰੀ ਜਾ ਰਹੀ ਸੀ। ਉਹਦੀ ਪਤਨੀ ਉਹਦੀਆਂ ਆਸਾਂ ਨਾਲੋਂ ਵੀ ਵੱਧ ਚੰਗੀ ਸਾਬਤ ਹੋ ਰਹੀ ਸੀ। ਉਹ ਮਹਿਸੂਸ ਕਰ ਰਿਹਾ ਸੀ ਕਿ ਪਹਿਲਾਂ ਨਾਲੋਂ ਜ਼ਿਆਦਾ ਖੁਸ਼ੀ ਨਹੀਂ ਸੀ, ਸਗੋਂ ਜ਼ਿੰਦਗੀ ਪਹਿਲਾਂ ਨਾਲੋਂ ਵੀ ਸੌਖੀ ਲੰਘ ਰਹੀ ਸੀ। ਇਹ ਸ਼ਾਇਦ ਇਸ ਕਰਕੇ ਕਿ ਪਤਨੀ ਦੀਆਂ ਨਜ਼ਰਾਂ 'ਚ ਦੁਨੀਆ ਭਰ 'ਚ ਸਭ ਤੋਂ ਸਿਆਣਾ, ਪਵਿੱਤਰ, ਨੇਕ ਤੇ ਵਧੀਆ ਆਦਮੀ ਸੀ। ਇਸ ਲਈ ਉਹਨੂੰ ਖੁਸ਼ ਕਰਨ ਲਈ ਉਹਦੀ ਪਤਨੀ ਨੇ ਉਹਦੀ ਸੇਵਾ ਕਰਨ ਦਾ ਫੈਸਲਾ ਕਰ ਲਿਆ ਤੇ ਪੂਰੀ ਸ਼ਕਤੀ ਨਾਲ ਉਹਦੀ ਸੇਵਾ ਕੀਤੀ। ਆਪਣੇ ਪਿਆਰ ਦੀ ਸ਼ਕਤੀ ਨਾਲ ਉਹਦੀ ਆਤਮਾ ਦੀਆਂ ਧੁਰ ਡੂੰਘਾਣਾਂ ਤੱਕ ਉਤਰ ਗਈ। ਉਹ ਕਦੇ ਵੀ ਕੋਈ ਅਜਿਹੀ ਗੱਲ ਨਹੀਂ ਸੀ ਕਰਦੀ ਜਿਸ ਨਾਲ ਉਹਦੀਆਂ ਭਾਵਨਾਵਾਂ ਨੂੰ ਸੱਟ ਵੱਜਦੀ। ਉਹ ਆਪਣੀ ਸੱਸ ਨੂੰ ਵੀ ਪਿਆਰ ਕਰਦੀ ਸੀ, ਇਸ ਗੱਲ ਦੇ ਬਾਵਜੂਦ ਕਿ ਯੂਜ਼ੀਨ ਆਪਣੀ ਸੱਸ ਨੂੰ ਪਸੰਦ ਨਹੀਂ ਸੀ ਕਰਦਾ। ਉਹਨਾਂ ਦਾ ਵਿਆਹਤਾ ਜੀਵਨ ਹਾਸੇ ਖੁਸ਼ੀਆਂ 'ਚ ਬੀਤ ਰਿਹਾ ਸੀ। ਟ੍ਰਿਨਿਟੀ ਐਤਵਾਰ ਤੋਂ ਪਹਿਲਾਂ ਦੀ ਗੱਲ ਹੈ। ਲਿਜ਼ਾ ਨੂੰ 5ਵਾਂ ਮਹੀਨਾ ਚੱਲ ਰਿਹਾ ਸੀ, ਪਰ ਉਹ ਅਜੇ ਵੀ ਬੜੀ ਚੁਸਤੀ ਫੁਰਤੀ ਨਾਲ ਕੰਮ ਕਰ ਰਹੀ ਸੀ। ਉਹਨੇ ਫੈਸਲਾ ਕੀਤਾ ਕਿ ਟ੍ਰਿਨਿਟੀ ਤੋਂ ਪਹਿਲਾਂ ਘਰ ਦੀ ਸਫਾਈ ਹੋਣੀ ਚਾਹੀਦੀ ਹੈ। ਘਰ ਦੇ ਨੌਕਰਾਂ ਦੀ ਸਹਾਇਤਾ ਲਈ ਲਿਜ਼ਾ ਨੇ ਖਿੜਕੀਆਂ, ਦਰਵਾਜ਼ੇ ਤੇ ਫਰਸ਼ਾਂ ਦੀ ਸਫਾਈ ਲਈ ਪਿੰਡ 'ਚੋਂ 2 ਤੀਵੀਆਂ ਮੰਗਵਾ ਲਈਆਂ। ਉਹਨਾਂ 'ਚ ਇੱਕ ਸਟੈਪੀਨੀਦਾ ਵੀ ਸੀ, ਜਿਹੜੀ ਹੁਣ ਇੱਕ ਪੁੱਤਰ ਦੀ ਮਾਂ ਬਣ ਚੁੱਕੀ ਸੀ। ਉਹਨੇ ਦਫ਼ਤਰ ਦੇ ਕਲਰਕ ਦੀ ਸਹਾਇਤਾ ਨਾਲ ਫਰਸ਼ ਦੀ ਸਫਾਈ ਦਾ ਕੰਮ ਲਿਆ ਸੀ। ਉਹ ਜਦ ਆਈ, ਮੁੰਡਾ ਉਹਨੇ ਗੋਦੀ ਚੁੱਕਿਆ ਸੀ। ਉਹ ਮਾਲਕ ਦੀ ਪਤਨੀ ਲਿਜ਼ਾ ਨੂੰ ਵੀ ਦੇਖਣਾ ਚਾਹੁੰਦੀ ਸੀ। ਉਹਦਾ ਪਤੀ ਹੁਣ ਵੀ ਸ਼ਹਿਰ ਰਹਿੰਦਾ ਸੀ। ਮੁੰਡਾ ਹੋਣ ਪਿੱਛੇ ਯੂਜ਼ੀਨ ਉਹਨੂੰ ਨਹੀਂ ਮਿਲਿਆ ਸੀ। ਉਹ ਮੁੰਡੇ ਨੂੰ ਲੈ ਕੇ ਬਾਹਰ ਕੰਮ ਕਰਨ ਵੀ ਨਹੀਂ ਜਾਂਦੀ ਸੀ। ਟ੍ਰਿਨਿਟੀ ਐਤਵਾਰ ਤੋਂ 1 ਦਿਨ ਪਹਿਲਾਂ ਉਹ ਸੁਬਾਹ 5 ਵਜੇ ਉੱਠਿਆ, ਘੋੜੇ ਤੇ ਚੜ੍ਹ ਕੇ ਬਾਹਰ ਸੈਰ ਕਰਨ ਚਲਾ ਗਿਆ। ਨਾਸ਼ਤਾ ਕਰਨ ਸਮੇਂ ਬਾਹਰੋਂ ਮੁੜ ਕੇ ਆਇਆ। ਘਰ ਦੇ ਅੰਦਰ ਵੜਨ ਲਈ ਉਹਨੇ ਦਰਵਾਜ਼ੇ ਨੂੰ ਹੱਥ ਹੀ ਲਾਇਆ ਸੀ ਕਿ ਦਰਵਾਜ਼ਾ ਆਪਣੇ ਆਪ ਖੁੱਲ੍ਹ ਗਿਆ। ਸਾਹਮਣੇ ਸਟੈਪੀਨੀਦਾ ਬਾਲਟੀ ਚੁੱਕੀ ਖੜੀ ਸੀ। ਉਹਨੇ ਕਮੀਜ਼ ਦੀਆਂ ਬਾਹਾਂ ਚੜਾਈਆਂ ਹੋਈਆਂ ਸੀ, ਪੈਰ ਉਹਦੇ ਨੰਗੇ ਸੀ। ਉਹਨੂੰ ਲੰਘਣ ਵਾਸਤੇ ਰਾਹ ਛੱਡ ਕੇ ਉਹ ਇੱਕ ਪਾਸੇ ਹੋ ਗਿਆ। ਉਹ ਵੀ ਇੱਕ ਪਾਸੇ ਹਟ ਕੇ ਖੜ ਗਈ। ਚਲੋ ਚਲੋ, ਮੈਂ ਅਜੇ ਅੰਦਰ ਨਹੀਂ ਆਉਣਾ। ਯੂਜ਼ੀਨ ਬੋਲਦਾ ਬੋਲਦਾ ਅਚਾਨਕ ਰੁਕ ਗਿਆ ਤੇ ਉਹਨੇ ਉਹਨੂੰ ਪਛਾਣ ਲਿਆ। ਸਟੈਪੀਨੀਦਾ ਨੇ ਮੁਸਕਰਾ ਕੇ ਉਸ ਵੱਲ ਤੱਕਿਆ, ਸਕਰਟ ਨੂੰ ਹੇਠਾਂ ਵੱਲ ਖਿੱਚਦੀ, ਅੱਖਾਂ 'ਚ ਮੁਸਕਰਾਉਂਦੀ ਬਾਹਰ ਨਿਕਲ ਗਈ। ਇਹ ਕੀ ਬਕਵਾਸ ਹੈ? ਇਹ ਕਿਵੇਂ ਹੋ ਸਕਦਾ ਹੈ? ਉਹ ਮੂੰਹ 'ਚ ਬੁੜਬੁੜ ਕਰਦਾ ਇਉਂ ਹੱਥ ਮਾਰ ਰਿਹਾ ਸੀ ਜਿਵੇਂ ਕਿਸੇ ਜ਼ਿੱਦੀ ਮੱਖੀ ਤੋਂ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਉਹਨੂੰ ਦੇਖ ਕੇ ਉਹਦਾ ਮਨ ਦੁਖੀ ਹੋ ਗਿਆ, ਪਰ ਉਹਦੀਆਂ ਅੱਖਾਂ ਉਹਦੇ ਨਰੋਈ, ਭਰਵੇਂ, ਫੁਰਤੀਲੇ ਸਰੀਰ ਦਾ ਪਿੱਛਾ ਕਰ ਰਹੀਆਂ ਸੀ। ਨਜ਼ਰਾਂ ਉਹਦੇ ਨੰਗੇ ਪੈਰਾਂ ਤੋਂ ਹੁੰਦੀਆਂ ਹੋਈਆਂ ਨੰਗੀਆਂ ਬਾਹਾਂ ਤੇ ਮੋਢਿਆਂ ਨੂੰ ਨਿਹਾਰਦੀਆਂ ਹੋਈਆਂ ਉਹਦੀਆਂ ਪਿੰਜੜੀਆਂ ਤੋਂ ਉੱਪਰ ਟੰਗੀ ਉਹਦੀ ਸਕਰਟ ਦੇ ਵਲਾਂ ਨੂੰ ਵੀ ਦੇਖ ਰਹੀਆਂ ਸੀ। ਪਰ ਮੈਂ ਉਹਨੂੰ ਕਿਉਂ ਦੇਖੀ ਜਾ ਰਿਹਾ? ਉਹਨੇ ਆਪਣੇ ਆਪ ਨੂੰ ਪੁੱਛਿਆ। ਉਹ ਬੂਟ ਬਦਲਣ ਵਾਸਤੇ ਆਪਣੇ ਕਮਰੇ 'ਚ ਗਿਆ। ਲਿਜ਼ਾ ਵਰਾਂਡੇ ਵਿੱਚ ਉਹਦੀ ਹੁੰਦੀ ਹੋਈ ਦੂਜੇ ਬੂਹੇ ਰਾਹੀਂ ਅੰਦਰ ਆਈ। ਹੇ ਰੱਬਾ, ਜੇ ਇਹਨੂੰ ਪਤਾ ਲੱਗ ਗਿਆ ਜਿਹੜੀ ਮੈਨੂੰ ਇੰਨਾ ਪਵਿੱਤਰ ਤੇ ਨੇਕ ਸਮਝਦੀ ਹੈ, ਜੇ ਇਹਨੂੰ ਪਤਾ ਲੱਗ ਗਿਆ। ਉਹਨੇ ਸੋਚਿਆ। ਲਿਜ਼ਾ ਪਹਿਲਾਂ ਵਾਂਗ ਹੀ ਹੱਸਦੀ ਹੱਸਦੀ ਉਹਨੂੰ ਮਿਲੀ, ਪਰ ਅੱਜ ਉਹ ਪਹਿਲਾਂ ਨਾਲੋਂ ਜ਼ਿਆਦਾ ਪੀਲੀ, ਪਤਲੀ, ਕਮਜ਼ੋਰ ਲੱਗ ਰਹੀ ਸੀ। ਯੂਜ਼ੀਨ ਦੇ ਅੰਦਰ ਅਜੀਬ ਉਥਲ-ਪੁਥਲ ਹੋ ਰਹੀ ਸੀ। ਸਟੈਪੀਨੀਦਾ ਨਾਲ ਉਸ ਮਿਲਣੀ ਨੇ ਉਹਦੇ ਅੰਦਰ ਉਹੀ ਗਲਤ ਭਾਵਨਾਵਾਂ ਜਗਾ ਦਿੱਤੀਆਂ ਸੀ ਜਿਹੜੀਆਂ ਵਿਆਹ ਤੋਂ ਪਿੱਛੋਂ ਪਹਿਲੀ ਵਾਰ ਅਨੁਭਵ ਕਰ ਰਿਹਾ ਸੀ। ਵਿਆਹ ਤੋਂ ਪਿੱਛੋਂ ਉਹਨੇ ਕਦੇ ਵੀ ਕਿਸੇ ਪਰਾਈ ਔਰਤ ਬਾਰੇ ਨਾ ਤਾਂ ਸੋਚਿਆ ਤੇ ਨਾ ਹੀ ਮਹਿਸੂਸ ਕੀਤਾ ਸੀ। ਉਹ ਸਗੋਂ ਖੁਸ਼ ਸੀ ਕਿ ਉਹ ਗਲਤ ਭਾਵਨਾਵਾਂ ਤੋਂ ਮੁਕਤ ਹੋ ਗਿਆ ਸੀ। ਪਰ ਹੁਣ ਉਹਨੇ ਮਹਿਸੂਸ ਕੀਤਾ ਕਿ ਉਹ ਆਜ਼ਾਦ ਨਹੀਂ ਸੀ। ਉਹ ਇਸ ਗੱਲੋਂ ਪਰੇਸ਼ਾਨ ਸੀ ਕਿ ਉਹਦੇ ਅੰਦਰ ਉਸ ਔਰਤ ਲਈ ਉਹੀ ਇੱਛਾ ਮੁੜ ਜਾਗ ਪਈ ਸੀ।
ਅਜਿਹੀ ਗੱਲ ਬਾਰੇ ਤਾਂ ਸੁਪਨਾ ਵੀ ਨਹੀਂ ਸੀ ਲੈ ਸਕਦਾ। ਹੁਣ ਉਹਨੂੰ ਆਪਣੇ ਆਪ ਬਾਰੇ ਸੁਚੇਤ ਰਹਿਣਾ ਪਏਗਾ। ਉਹਨੂੰ ਵਿਸ਼ਵਾਸ ਸੀ ਜੇ ਅਜਿਹੀ ਇੱਛਾ ਜਾਗੀ ਤਾਂ ਉਹਨੂੰ ਦਬਾ ਲਏਗਾ। ਚਿੱਠੀਆਂ ਲਿਖਣ 'ਚ ਰੁੱਝ ਗਿਆ। ਆਪਣਾ ਇਹ ਕੰਮ ਤਸੱਲੀ ਨਾਲ ਮੁਕਾ ਕੇ ਭੁੱਲ ਹੀ ਗਿਆ ਕਿ ਉਹਨੂੰ ਕਿਸ ਗੱਲ ਨੇ ਪਰੇਸ਼ਾਨ ਕੀਤਾ ਸੀ। ਤਬੇਲੇ 'ਚ ਜਾਣ ਲਈ ਉਹ ਬਾਹਰ ਨਿਕਲਿਆ। ਬਦਕਿਸਮਤੀ ਨੂੰ ਜਿਉਂ ਹੀ ਉਹ ਪੋਰਚ 'ਚੋਂ ਬਾਹਰ ਨਿਕਲਿਆ, ਉਹੀ ਲਾਲ ਸਕਰਟ, ਉਹੀ ਲਾਲ ਰੁਮਾਲ ਵਾਲੀ ਸਤੈਪੀਨੀ ਦਾ ਮਟਕਦੀ ਮਟਕਾਉਂਦੀ ਉਹਦੇ ਕੋਲੋਂ ਦੀ ਲੰਘ ਗਈ। ਉਹਦੀ ਸਾਥਣ ਕੁਝ ਕਦਮਾਂ ਤੇ ਅੱਗੇ ਜਾ ਰਹੀ ਸੀ। ਉਹ ਭੱਜ ਕੇ ਉਹਦੇ ਨਾਲ ਰਲ ਗਈ। ਯੂਜ਼ੀਨ ਦੀ ਕਲਪਨਾ 'ਚ ਡੇਨੀਅਲ ਦੀ ਕੁੱਲੀ ਪਿਛਲੇ ਪਾਸੇ ਵਾਲੇ ਬਿਰਚ ਦੁਪਹਿਰ ਵਾਲਾ ਉਹੀ ਦ੍ਰਿਸ਼ ਸਾਕਾਰ ਹੋ ਗਿਆ। ਅੱਜ ਫੇਰ ਦੁਪਹਿਰ ਦੇ ਖਾਣੇ ਦਾ ਸਮਾਂ ਸੀ। ਉਹ ਆਪਣੇ ਮੁਖਤਿਆਰ ਨੂੰ ਮਿਲਣ ਲਈ ਦਫ਼ਤਰ ਵੱਲ ਤੁਰ ਪਿਆ। ਮੁਖਤਿਆਰ ਹੁਣੇ ਨੀਂਦ 'ਚੋਂ ਜਾਗਿਆ ਸੀ। ਉਹ ਦਫ਼ਤਰ 'ਚ ਖੜਾ ਉਬਾਸੀਆਂ ਲੈਂਦਾ ਹੋਇਆ ਅੰਗੜਾਈਆਂ ਭੰਨ ਰਿਹਾ ਸੀ। ਵਾਸਿਲੀ ਨਿਕੋਲਾਇਚ, ਉਹਨੇ ਅਖਤਿਆਰ ਨੂੰ ਬੁਲਾਇਆ। ਹਜ਼ੂਰ, ਫਰਮਾਓ, ਕੀ ਹੁਕਮ ਹੈ? ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ। ਹੁਕਮ ਕਰੋ ਹਜ਼ੂਰ। ਤੈਨੂੰ ਪਤਾ ਹੈ? ਸ਼ਰਮ ਨਾਲ ਲਾਲ ਹੁੰਦਿਆਂ ਬੋਲਣ ਲੱਗਾ। ਤੈਨੂੰ ਪਤਾ ਹੈ ਵਾਸਿਲੀ ਨਿਕੋਲਾਇਚ, ਜਦ ਮੈਂ ਛੜਾ ਸੀ ਤੇ ਮੈਂ ਭਟਕ ਗਿਆ ਸੀ। ਤੂੰ ਸ਼ਾਇਦ ਸੁਣਿਆ ਹੋਵੇ। ਹਜ਼ੂਰ ਦਾ ਇਸ਼ਾਰਾ ਸ਼ਾਇਦ ਸਤੈਪੀਨੀ ਦਾ ਵੱਲ ਹੈ। ਹਾਂ, ਦੇਖ, ਮਿਹਰਬਾਨੀ ਕਰਕੇ ਅੱਗੇ ਵਾਸਤੇ ਇਹਨੂੰ ਮੇਰੇ ਘਰ ਕੰਮ ਕਰਨ ਨਾ ਭੇਜੀ। ਤੂੰ ਸਮਝ ਸਕਦਾ ਹੈ ਮੇਰੇ ਲਈ ਬੜੀ ਮੁਸ਼ਕਿਲ ਖੜੀ ਹੋ ਜਾਏਗੀ। ਹਜ਼ੂਰ, ਉਹਨੂੰ ਜ਼ਰੂਰ ਵਾਨੀਆ ਕਲਰਕ ਨੇ ਕੰਮ ਕਰਨ ਲਈ ਭੇਜਿਆ ਹੋਣਾ। ਯੂਜ਼ੀਨ ਗੱਲ ਕਹਿ ਕੇ ਅੱਗੇ ਤੁਰ ਗਿਆ। ਗੱਲ ਖਤਮ ਹੋ ਗਈ। 1 ਸਾਲ ਹੋਰ ਲੰਘ ਗਿਆ। ਨਾ ਹੀ ਉਹ ਉਹਨੂੰ ਕਿਧਰੇ ਮਿਲੀ, ਨਾ ਹੀ ਘਰ ਕੰਮ ਕਰਨ ਆਈ। ਵਾਸਿਲੀ ਨਿਕੋਲਾਈਚ ਕਲਰਕ ਇਵਾਨ ਨਾਲ ਗੱਲ ਕਰੇਗਾ। ਇਵਾਨ ਉਸ ਨਾਲ ਗੱਲ ਕਰੇਗਾ। ਉਹ ਸਮਝ ਜਾਏਗੀ ਕਿ ਮੈਨੂੰ ਉਹਦੀ ਲੋੜ ਨਹੀਂ। ਯੂਜ਼ੀਨ ਖੁਸ਼ ਸੀ ਕਿ ਉਹਨੇ ਵਾਸਿਲੀ ਨਿਕੋਲਾਈਚ ਨਾਲ ਗੱਲ ਕਰ ਲਈ ਸੀ। ਦੁਬਿਧਾ ਭਰੀ ਸ਼ਰਮਨਾਕ ਭਾਵਨਾ ਨਾਲੋਂ ਇਹ ਗੱਲ ਚੰਗੀ ਹੈ। ਆਪਣੇ ਪਾਪ ਬਾਰੇ ਸੋਚ ਕੇ ਉਹ ਕੰਬ ਗਿਆ। ਪਰ ਜਿਸ ਸਦਾਚਾਰਕ ਸ਼ਕਤੀ ਨਾਲ ਉਸਨੇ ਵਾਸਿਲੀ ਨਿਕੋਲਾਈਚੀ ਨਾਲ ਗੱਲ ਕਰਨ ਲਈ ਆਪਣੀ ਸੰਗ ਸ਼ਰਮ ਨੂੰ ਕਾਬੂ ਕੀਤਾ ਸੀ, ਉਸ ਬਾਰੇ ਸੋਚ ਕੇ ਉਹਦਾ ਮਨ ਸ਼ਾਂਤ ਹੋ ਗਿਆ। ਉਹਨੂੰ ਜਾਪਿਆ ਸਾਰਾ ਮਾਮਲਾ ਖਤਮ ਹੋ ਗਿਆ ਸੀ। ਲਿਜ਼ਾ ਨੇ ਦੇਖਿਆ ਬਹੁਤ ਹੀ ਸ਼ਾਂਤ ਚਿੱਤ ਸੀ ਤੇ ਆਮ ਦਿਨਾਂ ਨਾਲੋਂ ਵੱਧ ਖੁਸ਼ ਸੀ। ਅਗਲੇ ਦਿਨ ਟ੍ਰਿਨਿਟੀ ਐਤਵਾਰ ਦਾ ਤਿਉਹਾਰ ਸੀ। ਪਿੰਡ ਦੀਆਂ ਮੁਟਿਆਰਾਂ ਤੇ ਕੁੜੀਆਂ ਰੰਗ ਬਿਰੰਗੀਆਂ ਪੁਸ਼ਾਕਾਂ ਪਾ ਕੇ ਮਾਲਕ ਦੇ ਘਰ ਨੱਚਣ ਆ ਗਈਆਂ। ਯੂਜ਼ੀਨ ਬਾਹਰ ਨਹੀਂ ਆਉਣਾ ਚਾਹੁੰਦਾ ਸੀ, ਪਰ ਇਸ ਤਰ੍ਹਾਂ ਤਿਉਹਾਰ ਵਾਲੇ ਦਿਨ ਲੁੱਕ ਕੇ ਬੈਠਣਾ ਵੀ ਹਾਸੋਹੀਣਾ ਲੱਗਦਾ ਸੀ। ਇਹ ਸੋਚ ਕੇ ਉਹ ਵੀ ਸਿਗਰਟ ਪੀਂਦਾ ਹੋਇਆ ਆ ਕੇ ਪੋਰਚ 'ਚ ਖੜ ਗਿਆ। ਆਦਮੀਆਂ ਤੇ ਮੁੰਡਿਆਂ ਨੇ ਉਹਨੂੰ ਝੁੱਕ ਕੇ ਸਲਾਮ ਕੀਤਾ। ਉਹਨੇ ਆਪਣੇ ਢੰਗ ਨਾਲ ਉਹਨਾਂ ਦੀ ਸਲਾਮ ਦਾ ਜਵਾਬ ਦਿੱਤਾ। ਕੁੜੀਆਂ ਤੀਵੀਆਂ ਨੱਚਦੀਆਂ ਹੋਈਆਂ ਗੀਤਾਂ ਨਾਲ ਗਿੱਧਾ ਵੀ ਪਾ ਰਹੀਆਂ ਸਨ। ਇੱਕ ਮੁੰਡੇ ਨੇ ਯੂਜ਼ੀਨ ਦੀ ਪਤਨੀ ਕੋਲ ਆ ਕੇ ਆਖਿਆ, ਉਹ ਮਾਲਕ ਨੂੰ ਬਾਹਰ ਬੁਲਾ ਰਹੀਆਂ ਹਨ। ਲਿਜ਼ਾ ਨੇ ਉਹਨੂੰ ਨਾਚ ਦੇਖਣ ਲਈ ਬਾਹਰ ਚੱਲਣ ਲਈ ਆਖਿਆ। ਲਿਜ਼ਾ ਨੂੰ ਸਤੈਪੀਨੀਦਾ ਦਾ ਨਾਚ ਸਭ ਤੋਂ ਵਧੀਆ ਲੱਗ ਰਿਹਾ ਸੀ। ਉਹਨੇ ਕੇਸਰੀ ਸਕਰਟ ਨਾਲ ਵੈਲਵਟੀਨ ਦੀ ਬਿਨਾਂ ਬਾਹਾਂ ਵਾਲੀ ਜੈਕਟ ਪਾ ਕੇ ਸਿਰ ਤੇ ਰੇਸ਼ਮੀ ਰੁਮਾਲ ਬੰਨ੍ਹ ਰੱਖਿਆ ਸੀ। ਉਹ ਖੁਸ਼ੀ 'ਚ ਮਸਤ ਪੂਰੇ ਜੋਸ਼ ਨਾਲ ਨੱਚ ਰਹੀ ਸੀ। ਬਿਨਾਂ ਸ਼ੱਕ ਉਹਦਾ ਨਾਚ ਬਹੁਤ ਵਧੀਆ ਸੀ, ਪਰ ਯੂਜ਼ੀਨ ਨੂੰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਲੱਗਦਾ ਮੈਂ ਉਹ ਤੋਂ ਛੁਟਕਾਰਾ ਨਹੀਂ ਪਾ ਸਕਦਾ, ਉਹਨੇ ਸੋਚਿਆ। ਸਤੈਪੀਨੀਦਾ ਨੇ ਉਹਨੂੰ ਦੇਖ ਲਿਆ ਸੀ। ਉਹ ਸਮਝਦੀ ਸੀ ਉਹਦੇ ਨਾਚ ਦੀ ਪ੍ਰਸ਼ੰਸਾ ਲਈ ਉੱਥੇ ਖੜਾ ਸੀ। ਜਿੰਨਾ ਕੁ ਚਿਰ ਸ਼ਿਸ਼ਟਾਚਾਰ ਮੰਗ ਕਰਦਾ ਸੀ, ਉਹ ਉੱਥੇ ਖੜਾ ਰਿਹਾ। ਫਿਰ ਉਹ ਅੰਦਰ ਚਲਾ ਗਿਆ ਤਾਂ ਕਿ ਉਹ ਉਹਨੂੰ ਦਿਖਾਈ ਨਾ ਦੇਵੇ, ਪਰ ਆਪਣੀ ਇੱਛਾ ਦੇ ਉਲਟ ਉੱਪਰ ਚੁਬਾਰੇ 'ਚ ਜਾ ਕੇ ਖਿੜਕੀ 'ਚ ਖੜ ਗਿਆ। ਜਿੰਨਾ ਚਿਰ ਤੀਵੀਆਂ ਨੱਚਦੀਆਂ ਰਹੀਆਂ, ਉਸ ਸਤੈਪੀਨੀਦਾ ਨੂੰ ਵੇਖ ਆਪਣੀਆਂ ਅੱਖਾਂ ਤ੍ਰਿਪਤ ਕਰਦਾ ਰਿਹਾ। ਨੱਚਣ ਵਾਲੀਆਂ ਦੇ ਜਾਣ ਪਿੱਛੋਂ ਉਹ ਬਾਗ 'ਚ ਗਿਆ। ਉਹਨੂੰ ਜਾਪਿਆ ਜਿਵੇਂ ਉਹ ਵੀ ਇੱਧਰ ਆਈ ਹੋਵੇ। ਉਹ ਜੇ ਕੁਝ ਕਦਮ ਹੀ ਅੱਗੇ ਗਿਆ ਕਿ ਉਹਨੂੰ ਬਿਨਾਂ ਬਾਹਾਂ ਵਾਲੀ ਵੈਲਵਟੀਨ ਦੀ ਜੈਕਟ, ਕੇਸਰੀ ਸਕਰਟ ਤੇ ਗੁਲਾਬੀ ਰੁਮਾਲ ਦਿਖਾਈ ਦਿੱਤੇ। ਉਹ ਕਿਸੇ ਹੋਰ ਤੀਵੀਂ ਨਾਲ ਕਿਧਰੇ ਜਾ ਰਹੀ ਸੀ। ਉਹ ਕਿੱਧਰ ਜਾ ਰਹੀਆਂ ਨੇ? ਉਹਦੇ ਮਨ 'ਚ ਪ੍ਰਸ਼ਨ ਪੈਦਾ ਹੋਇਆ। ਅਚਾਨਕ ਉਹਦੇ ਅੰਦਰ ਕੋਈ ਇੱਛਾ ਭੰਬੜ ਬਣ ਕੇ ਉੱਠੀ। ਮਹਿਸੂਸ ਹੋਇਆ ਜਿਵੇਂ ਕਿਸੇ ਹੱਥ ਨੇ ਉਹਦਾ ਦਿਲ ਮੁੱਠੀ 'ਚ ਫੜ ਲਿਆ ਹੋਵੇ। ਉਹਨਾਂ ਦੇ ਪਿੱਛੇ ਲੱਗ ਤੁਰਿਆ। ਯੂਜ਼ੀਨ ਇਵਾਨਿਚ, ਕੋਈ ਉਹਨੂੰ ਪਿੱਛੋਂ ਆਵਾਜ਼ਾਂ ਮਾਰ ਰਿਹਾ ਸੀ। ਉਹਨੇ ਪਿੱਛੇ ਮੁੜ ਕੇ ਦੇਖਿਆ, ਬੁੱਢਾ ਸਾਮੋਖੇਨ ਉਸ ਨੂੰ ਬੁਲਾ ਰਿਹਾ ਸੀ। ਸਾਮੋਖੇਨ ਨਾਲ ਗੱਲਾਂ ਕਰਦੇ ਉਹਨੇ ਦੇਖਿਆ ਉਹ ਦੋਵੇਂ ਤੀਵੀਆਂ ਢਲਾਣ ਉਤਰ ਕੇ ਪਹਿਲਾਂ ਖੂਹ ਕੋਲ ਗਈਆਂ, ਫਿਰ ਚੱਕਰ ਕੱਟ ਕੇ ਮੁੜ ਨੱਚਣ ਵਾਲੀ ਟੋਲੀ 'ਚ ਜਾ ਰਲੀਆਂ। ਸਾਮੋਖੇਨ ਨਾਲ ਗੱਲਾਂ ਕਰਕੇ ਜਦੋਂ ਵਾਪਸ ਘਰ ਮੁੜਿਆ, ਉਹ ਬਹੁਤ ਉਦਾਸ ਸੀ। ਉਹਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਤੋਂ ਕੋਈ ਘੋਰ ਅਪਰਾਧ ਹੋ ਗਿਆ ਹੋਵੇ। ਉਹਨੂੰ ਜਾਪਿਆ ਜਿਵੇਂ ਉਹ ਸਮਝ ਗਈ ਸੀ ਕਿ ਉਹਨੂੰ ਉਸ ਦੀ ਲੋੜ ਸੀ ਤੇ ਉਹ ਵੀ ਉਹਨੂੰ ਮਿਲਣਾ ਚਾਹੁੰਦੀ ਸੀ। ਦੂਜੀ ਗੱਲ ਜਿਹੜੀ ਉਹਨੂੰ ਬਹੁਤ ਪਰੇਸ਼ਾਨ ਕਰ ਰਹੀ ਸੀ, ਉਹਦੇ ਨਾਲ ਵਾਲੀ ਤੀਵੀਂ ਨੂੰ ਵੀ ਪਤਾ ਲੱਗ ਗਿਆ ਸੀ। ਉਹਨੂੰ ਇਸ ਗੱਲ ਦਾ ਵੀ ਦੁੱਖ ਸੀ ਕਿ ਉਹ ਮੁੜ ਜਿੱਤਿਆ ਗਿਆ ਸੀ।
ਉਹ ਆਪਣੀ ਮਰਜ਼ੀ ਦਾ ਮਾਲਕ ਨਹੀਂ ਰਿਹਾ ਸੀ। ਉਹਨੂੰ ਤੋੜਨ ਵਾਲੀ ਸ਼ਕਤੀ ਕੋਈ ਹੋਰ ਸੀ। ਅੱਜ ਤਾਂ ਉਹ ਕਿਸਮਤ ਨਾਲ ਹੀ ਬਚ ਗਿਆ ਸੀ, ਪਰ ਉਹ ਕਦੋਂ ਤੱਕ ਬਚੇਗਾ? ਅੱਜ ਨਹੀਂ ਤਾਂ ਕੱਲ ਜਾਂ ਪਰਸੋਂ ਬਰਬਾਦ ਹੋ ਜਾਏਗਾ। ਹਾਂ, ਬਰਬਾਦ ਹੋ ਜਾਏਗਾ। ਉਹ ਹੋਰ ਕੁਝ ਸੋਚ ਹੀ ਨਹੀਂ ਸਕਦਾ ਸੀ। ਆਪਣੀ ਪਿਆਰ ਕਰਨ ਵਾਲੀ ਸੁੰਦਰ ਨੌਜਵਾਨ ਪਤਨੀ ਨਾਲ ਬੇਵਫਾਈ, ਪਿੰਡ ਵਿੱਚ ਸਭ ਦੇ ਸਾਹਮਣੇ ਉਸ ਜੱਟੀ ਨਾਲ ਸੰਬੰਧ, ਬਰਬਾਦੀ ਦੇ ਹੀ ਤਾਂ ਆਸਾਰ ਸਨ। ਇਉਂ ਜਿਉਣਾ ਤਾਂ ਬਹੁਤ ਮੁਸ਼ਕਿਲ ਸੀ। ਨਹੀਂ, ਇਸ ਬਾਰੇ ਉਹਨੂੰ ਜ਼ਰੂਰ ਕੁਝ ਕਰਨਾ ਚਾਹੀਦਾ ਹੈ। ਹੇ ਪਰਮਾਤਮਾ, ਮੈਂ ਕੀ ਕਰਾਂ ਕਿ ਮੈਂ ਇਉਂ ਹੀ ਬਰਬਾਦ ਹੋ ਜਾਵਾਂਗਾ? ਉਹਨੇ ਆਪਣੇ ਆਪ ਨੂੰ ਆਖਿਆ ਕਿ ਕੁਝ ਵੀ ਕੀਤਾ ਜਾ ਸਕਣਾ ਸੰਭਵ ਨਹੀਂ। ਕੁਝ ਤਾਂ ਕੀਤਾ ਹੀ ਜਾਣਾ ਚਾਹੀਦਾ ਹੈ। ਉਸ ਬਾਰੇ ਸੋਚਣਾ ਬੰਦ ਕਰ। ਉਹਨੇ ਆਪਣੇ ਆਪ ਨੂੰ ਹੁਕਮ ਦਿੱਤਾ, ਬੰਦ ਕਰ ਸੋਚਣਾ। ਪਰ ਉਸ ਸਮੇਂ ਉਸ ਬਾਰੇ ਪਹਿਲਾਂ ਨਾਲੋਂ ਵੀ ਵੱਧ ਸ਼ਿੱਦਤ ਨਾਲ ਸੋਚਣ ਲੱਗ ਪਿਆ। ਉਹਨੂੰ ਉਹ ਆਪਣੇ ਸਾਹਮਣੇ ਖੜੀ ਨਜ਼ਰ ਆਉਣ ਲੱਗ ਪਈ। ਉਹਨੂੰ ਤਾਂ ਉਹ ਉਸ ਦਰਖਤ ਦੀ ਛਾਂ ਵੀ ਨਜ਼ਰ ਆ ਰਹੀ ਸੀ ਜਿਹਦੇ ਹੇਠ ਉਹ ਖੜੀ ਸੀ। ਉਹਨੂੰ ਉਸ ਸਮੇਂ ਉਸ ਸਾਧੂ ਦਾ ਖਿਆਲ ਆਇਆ ਜਿਹਨੇ ਇੱਕ ਇਸਤਰੀ ਦਾ ਇਲਾਜ ਕਰਨ ਸਮੇਂ ਇੱਕ ਹੱਥ ਉਹਦੇ ਸਿਰ ਉੱਪਰ ਰੱਖ ਕੇ ਆਪਣੀ ਕਾਮੁਕ ਲਾਲਸਾ ਤੋਂ ਬਚਣ ਲਈ ਆਪਣਾ ਦੂਜਾ ਹੱਥ ਮਗ ਦੇ ਕੋਲਿਆਂ ਉੱਤੇ ਰੱਖ ਲਿਆ ਸੀ। ਉਹਦੀਆਂ ਉਂਗਲਾਂ ਸੜ ਗਈਆਂ ਸਨ। ਉਹਨੇ ਸੋਚਿਆ, ਬਰਬਾਦੀ ਤੋਂ ਬਚਣ ਲਈ ਮੈਂ ਵੀ ਆਪਣੀਆਂ ਉਂਗਲਾਂ ਸਾੜਨ ਲਈ ਤਿਆਰ ਹਾਂ। ਇਹ ਦੇਖਣ ਲਈ ਕਿ ਕੋਈ ਦੇਖਦਾ ਨਹੀਂ ਰਿਹਾ ਸੀ, ਉਹਨੇ ਆਸੇ-ਪਾਸੇ ਨਿਗਾਹ ਮਾਰੀ, ਮੋਮਬੱਤੀ ਬਾਲ ਕੇ ਆਪਣੀ ਉਂਗਲ ਲਾਟ ਉੱਪਰ ਕਰ ਦਿੱਤੀ। ਜਦ ਉਹਨੂੰ ਦਰਦ ਹੋਇਆ, ਉਹਨੇ ਧੂਏ ਨਾਲ ਕਾਲੀ ਹੋਈ ਉਂਗਲ ਝੱਟ ਪਿੱਛੇ ਖਿੱਚ ਲਈ। ਤੀਲੀ ਪਰੇ ਸੁੱਟ ਕੇ ਆਪਣੇ ਆਪ ਤੇ ਹੱਸਿਆ ਕਿ ਇਹ ਮੂਰਖਤਾ ਹੈ, ਇਹ ਤਾਂ ਇਹਦਾ ਇਲਾਜ ਨਹੀਂ। ਪਰ ਉਹਨੂੰ ਮਿਲਣ ਤੋਂ ਬਚਣ ਲਈ ਕੁਝ ਨਾ ਕੁਝ ਤਾਂ ਕੀਤਾ ਹੀ ਜਾਣਾ ਚਾਹੀਦਾ ਸੀ। ਜਾਂ ਤਾਂ ਉਹ ਆਪ ਕਿਧਰੇ ਚਲਾ ਜਾਏ ਤੇ ਜਾਂ ਉਹਨੂੰ ਕਿਧਰੇ ਬਾਹਰ ਭੇਜ ਦੇਵੇ। ਉਹਦੇ ਪਤੀ ਨੂੰ ਕਿਸੇ ਸ਼ਹਿਰ ਜਾਂ ਕਸਬੇ 'ਚ ਵਸਣ ਲਈ ਪੈਸੇ ਦੇ ਦਿੱਤੇ ਜਾਣ। ਪਰ ਜਦ ਲੋਕਾਂ ਨੂੰ ਪਤਾ ਲੱਗੇਗਾ, ਉਹ ਇਸ ਬਾਰੇ ਗੱਲਾਂ ਕਰਨਗੇ, ਫਿਰ ਕੀ ਕੀਤਾ ਜਾਏ? ਪਰ ਬਰਬਾਦੀ ਦੇ ਖਤਰੇ ਨਾਲੋਂ ਤਾਂ ਇਹੀ ਠੀਕ ਰਹੇਗਾ। ਹਾਂ, ਇਹ ਹੋ ਜਾਣਾ ਚਾਹੀਦਾ, ਉਹਨੇ ਆਪਣੇ ਆਪ ਨੂੰ ਆਖਿਆ। ਪਰ ਐਨ ਉਸ ਸਮੇਂ ਉਹਦੀਆਂ ਅੱਖਾਂ ਉਹਦੀ ਤਲਾਸ਼ ਕਰ ਰਹੀਆਂ ਸਨ। ਬਿਨਾਂ ਅੱਖਾਂ ਝਪਕੇ ਉਸ ਵੱਲ ਵੇਖੀ ਜਾ ਰਿਹਾ ਸੀ। ਉਹ ਕਿੱਥੇ ਜਾ ਰਹੀ ਹੈ? ਉਹਨੇ ਮਨ 'ਚ ਆਖਿਆ। ਸ਼ਾਇਦ ਉਹਨੇ ਉਹਨੂੰ ਖਿੜਕੀ 'ਚ ਖੜੇ ਨੂੰ ਵੇਖ ਲਿਆ ਸੀ ਤੇ ਹੁਣ ਉਹ ਕਾਲੀ ਕਾਲੀ ਬਾਹਾਂ ਮਾਰਦੀ ਬਾਗ ਵੱਲ ਜਾ ਰਹੀ ਸੀ। ਇਹ ਗੱਲ ਦਾ ਖਿਆਲ ਕੀਤੇ ਬਿਨਾਂ ਕਿ ਉਹ ਕੀ ਸੋਚ ਰਿਹਾ ਸੀ ਜਾਂ ਕੀ ਦੇਖ ਰਿਹਾ ਸੀ, ਉਹ ਦਫ਼ਤਰ ਵੱਲ ਤੁਰ ਪਿਆ। ਵਾਸਿਲੀ ਨਿਕੋਲਾਈਚ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ। ਬੋਲੋ ਹਜ਼ੂਰ, ਹੁਕਮ ਕਰੋ। ਨਹੀਂ, ਇੱਥੇ ਨਹੀਂ, ਮੇਰੇ ਨਾਲ ਬਾਹਰ ਆ। ਚਲੋ ਜਨਾਬ, ਮੈਂ ਆਪਣੀ ਟੋਪੀ ਲੈ ਲਵਾਂ। ਮੈਂ ਤੇਰੇ ਨਾਲ ਉਸੇ ਮਾਮਲੇ ਬਾਰੇ ਗੱਲ ਕਰਨ ਆਇਆ, ਉਸੇ ਔਰਤ ਬਾਰੇ, ਇਵਜ਼ੀਨ ਨੇ ਆਖਿਆ। ਅੱਛਾ, ਕੀ ਹੋਇਆ ਉਹਨੂੰ? ਮੈਂ ਉਹਨੂੰ ਆਖ ਦਿੱਤਾ ਸੀ ਉਹਨੂੰ ਫੇਰ ਨਾ ਉੱਥੇ ਲੈ ਕੇ ਜਾਣ। ਨਹੀਂ, ਮੈਂ ਕੁਝ ਹੋਰ ਸੋਚ ਰਿਹਾ। ਇਸ ਬਾਰੇ ਮੈਂ ਤੇਰੀ ਸਲਾਹ ਲੈਣੀ ਚਾਹੁੰਦਾ ਕਿ ਉਹਨੂੰ ਪਰਿਵਾਰ ਸਮੇਤ ਬਾਹਰ ਭੇਜਣਾ ਸੰਭਵ ਨਹੀਂ। ਉਹਨੂੰ ਕਿੱਥੇ ਭੇਜਿਆ ਜਾ ਸਕਦਾ ਹੈ? ਵਾਸਲੀ ਨੇ ਮੋੜਵਾਂ ਪ੍ਰਸ਼ਨ ਇਸ ਢੰਗ ਨਾਲ ਕੀਤਾ ਜਿਵੇਂ ਉਹਨੂੰ ਇਵਜ਼ੀਨ ਦੀ ਗੱਲ ਹਾਸੋ ਹੀ ਨਹੀਂ ਜਾਪੀ ਹੋਵੇ। ਮੇਰਾ ਖਿਆਲ ਹੈ ਉਹਨਾਂ ਨੂੰ ਕੁਝ ਰੁਪਏ ਦੇ ਦਿੱਤੇ ਜਾਣ ਜਾਂ ਕੁਝ ਜ਼ਮੀਨ ਦੇ ਦਿੱਤੀ ਜਾਏ ਤਾਂ ਜੋ ਇੱਥੇ ਨਾ ਰਹੇ। ਪਰ ਉਹਨਾਂ ਨੂੰ ਬਾਹਰ ਕਿਵੇਂ ਭੇਜਿਆ ਜਾ ਸਕਦਾ ਹਜ਼ੂਰ? ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਉਹ ਕਿੱਥੇ ਜਾਣਗੇ? ਪਰ ਤੁਸੀਂ ਅਜਿਹਾ ਕਿਉਂ ਕਰਨਾ ਚਾਹੁੰਦੇ ਹੋ ਹਜ਼ੂਰ? ਉਹ ਤੁਹਾਡਾ ਕੀ ਵਿਗਾੜ ਸਕਦੀ ਹੈ? ਉਹ ਵਾਸਲੀ, ਤੂੰ ਨਹੀਂ ਸਮਝਦਾ, ਪਰ ਜੇ ਮੇਰੀ ਪਤਨੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਆਫਤ ਆ ਜਾਏਗੀ। ਪਰ ਉਹਨੂੰ ਕੌਣ ਦੱਸੇਗਾ ਹਜ਼ੂਰ? ਇਸ ਡਰ ਨੂੰ ਦਿਲ 'ਚ ਰੱਖ ਕੇ ਮੈਂ ਕਿਵੇਂ ਜਿਉ ਸਕਦਾ? ਮੇਰੇ ਲਈ ਇਹ ਸਾਰਾ ਮਾਮਲਾ ਬੜਾ ਹੀ ਕਸ਼ਟਦਾਇਕ ਹੈ। ਪਰ ਤੁਸੀਂ ਆਪਣੇ ਆਪ ਨੂੰ ਦੁਖੀ ਕਿਉਂ ਕਰਦੇ ਹੋ? ਕਿਸੇ ਦਾ ਵੀ ਅਤੀਤ ਫਰੋਲ ਲਓ, ਸਭ ਗੁਨਾਹਗਾਰ ਹਨ। ਫਿਰ ਵੀ ਇਹਨਾਂ ਤੋਂ ਛੁਟਕਾਰਾ ਪਾਉਣਾ ਹੀ ਠੀਕ ਰਹੇਗਾ। ਕਿ ਤੂੰ ਉਹਦੇ ਪਤੀ ਨਾਲ ਗੱਲ ਨਹੀਂ ਕਰ ਸਕਦਾ? ਉਸ ਨਾਲ ਗੱਲ ਕਰਨ ਦਾ ਕੋਈ ਲਾਭ ਨਹੀਂ ਹਜ਼ੂਰ। ਤੁਹਾਨੂੰ ਹੋ ਕੀ ਗਿਆ? ਇਹ ਸਭ ਬੀਤੇ ਸਮੇਂ ਦੀਆਂ ਗੱਲਾਂ ਹਨ, ਹੋਈਆਂ ਬੀਤੀਆਂ, ਭੁੱਲੀਆਂ ਭੁਲਾਈਆਂ। ਹਰ ਕਿਸਮ ਦੀਆਂ ਗੱਲਾਂ ਹੋ ਜਾਂਦੀਆਂ ਹਨ। ਕੌਣ ਹੈ ਜਿਹੜਾ ਤੁਹਾਡੇ ਬਾਰੇ ਮਾੜੀ ਗੱਲ ਕਰਦਾ ਹੋਵੇ? ਸਭ ਲੋਕ ਤੁਹਾਨੂੰ ਜਾਣਦੇ ਹਨ। ਫਿਰ ਵੀ ਤੂੰ ਜਾ ਕੇ ਉਸ ਨਾਲ ਗੱਲ ਕਰੀ। ਠੀਕ ਹੈ, ਮੈਂ ਗੱਲ ਕਰਾਂਗਾ। ਭਾਵੇਂ ਉਹ ਜਾਣਦਾ ਸੀ ਕਿ ਇਸ ਗੱਲ ਦਾ ਕੋਈ ਸਿੱਟਾ ਨਹੀਂ ਨਿਕਲਣਾ, ਪਰ ਵਾਸਲੀ ਨਾਲ ਗੱਲਾਂ ਕਰਕੇ ਉਹਦਾ ਮਨ ਟਿਕ ਗਿਆ। ਉਹਨੂੰ ਇਹ ਵੀ ਅਹਿਸਾਸ ਹੋਇਆ ਕਿ ਘਬਰਾਹਟ ਵਿੱਚ ਉਹ ਖਤਰੇ ਨੂੰ ਵਧਾ ਚੜਾ ਕੇ ਦੇਖ ਰਿਹਾ ਸੀ। ਉਹਦੀ ਪਤਨੀ ਬਿਮਾਰ ਹੋ ਗਈ। ਕਈ ਦਿਨ ਉਹਦੀ ਸੇਵਾ ਕਰਨ ਕਰਕੇ ਬਾਹਰ ਨਾ ਨਿਕਲਿਆ। ਪਤਨੀ ਦੇ ਬਿਸਤਰੇ ਕੋਲ ਬੈਠਾ ਉਹ ਗੱਲਾਂ ਕਰਦਾ ਰਹਿੰਦਾ ਜਾਂ ਪੜ੍ਹਦਾ ਰਹਿੰਦਾ। ਪਰ ਉਹਨੇ ਸੋਚਿਆ, ਜੇਕਰ ਉਹ ਇਸੇ ਤਰ੍ਹਾਂ ਬੈਠਾ ਰਿਹਾ, ਉਹ ਖੁਦ ਬਿਮਾਰ ਹੋ ਜਾਏਗਾ। ਉਹਨੇ ਖੇਤਾਂ ਵਿੱਚ ਕੰਮ ਵੀ ਦੇਖਣ ਜਾਣਾ ਸੀ। ਜੰਗਲ 'ਚ, ਖੇਤਾਂ 'ਚ, ਪੇੜਾਂ ਵਿੱਚ, ਜਿੱਥੇ ਕਿਤੇ ਵੀ ਜਾਂਦਾ, ਸਟੈਪੀਨੀਦਾ ਦਾ ਖਿਆਲ ਉਹਦਾ ਪਿੱਛਾ ਕਰਦਾ। ਉਹ ਇੱਕ ਮਿੰਟ ਲਈ ਵੀ ਉਹਦੇ ਦਿਮਾਗ ਵਿੱਚੋਂ ਨਾ ਨਿਕਲਦੀ। ਇਹ ਵੀ ਕੋਈ ਔਖੀ ਗੱਲ ਨਹੀਂ ਸੀ। ਇਸ ਉੱਤੇ ਕਾਬੂ ਪਾਇਆ ਜਾ ਸਕਦਾ ਸੀ। ਪਰ ਮੁਸ਼ਕਲ ਇਹ ਸੀ ਕਿ ਜਿੱਥੇ ਪਹਿਲਾਂ ਮਹੀਨਿਆਂ ਬੱਧੀ ਉਹਨੂੰ ਦੇਖੇ ਬਿਨਾਂ ਸਾਰ ਲੈਂਦਾ ਸੀ, ਹੁਣ ਉਹ ਹਰ ਰੋਜ਼ ਕਿਧਰੇ ਨਾ ਕਿਧਰੇ ਉਹਨੂੰ ਟੱਕਰ ਜਾਂਦੀ।
ਉਹ ਭਾਵੇਂ ਉਹਨੂੰ ਮਿਲਣ ਦੀ ਕੋਸ਼ਿਸ਼ ਨਾ ਵੀ ਕਰਦਾ, ਪਰ ਉਹ ਫੇਰ ਵੀ ਉਹਨੂੰ ਮਿਲਣ ਦੇ ਮੌਕੇ ਲੱਭ ਹੀ ਲੈਂਦੇ। ਜੰਗਲ ਉਹਨਾਂ ਦੇ ਮਿਲਣ ਲਈ ਸਭ ਤੋਂ ਵਧੀਆ ਥਾਂ ਸੀ, ਜਿੱਥੇ ਕਿਸਾਨ ਇਸਤਰੀਆਂ ਬੋਰੀਆਂ ਲੈ ਕੇ ਘਾਹ ਲੈਣ ਜਾਂਦੀਆਂ ਸੀ। ਯੂਜੀਨ ਨੂੰ ਇਸ ਗੱਲ ਦਾ ਪਤਾ ਸੀ। ਉਹ ਵੀ ਹਰ ਰੋਜ਼ ਉੱਥੇ ਜਾਣ ਲੱਗ ਪਿਆ। ਹਰ ਰੋਜ਼ ਉਹ ਆਪਣੇ ਆਪ ਨੂੰ ਆਖਦਾ ਕਿ ਉੱਥੇ ਨਹੀਂ ਜਾਏਗਾ, ਪਰ ਹਰ ਰੋਜ਼ ਤੁਰ ਫਿਰ ਕੇ ਉਹ ਜੰਗਲ 'ਚ ਪਹੁੰਚ ਜਾਂਦਾ ਤੇ ਦਰਖਤਾਂ ਉੱਲੇ ਖੜ ਕੇ ਧੜਕਦੇ ਦਿਲ ਨਾਲ ਉਹਦੀ ਉਡੀਕ ਕਰਦਾ। ਇੱਕ ਦਿਨ ਉਹ ਉਹਨੂੰ ਮਿਲ ਗਈ। ਉਹ ਜਦ ਜੰਗਲ 'ਚ ਵੜਿਆ, ਉਹ ਦੋ ਹੋਰ ਤੀਵੀਆਂ ਨਾਲ ਘਾਹ ਦੀ ਬੋਰੀ ਪਿੱਠ ਤੇ ਚੁੱਕੀ ਬਾਹਰ ਨਿਕਲ ਰਹੀ ਸੀ। ਜੇਕਰ ਉਹ ਥੋੜਾ ਚਿਰ ਪਹਿਲਾਂ ਆ ਜਾਂਦਾ ਤਾਂ ਜੰਗਲ 'ਚ ਉਹਨੂੰ ਇਕੱਲੀ ਮਿਲ ਸਕਦੀ ਸੀ, ਪਰ ਹੁਣ ਦੋ ਤੀਵੀਆਂ ਉਹਦੇ ਨਾਲ ਸਨ। ਉਹ ਵਾਪਸ ਨਹੀਂ ਮੁੜ ਸਕਦੀ ਸੀ। ਭਾਵੇਂ ਉਹਦੇ ਮੁੜਨ ਦੀ ਕੋਈ ਸੰਭਾਵਨਾ ਨਹੀਂ ਸੀ, ਪਰ ਫਿਰ ਵੀ ਉਹ ਝਾੜੀਆਂ ਉੱਲੇ ਖੜਾ ਉਹਦੀ ਉਡੀਕ ਕਰਦਾ ਰਿਹਾ। ਉਹ ਮੁੜੀ ਨਹੀਂ, ਪਰ ਉਹ ਉੱਥੇ ਬਹੁਤ ਦੇਰ ਤੱਕ ਖੜਾ ਰਿਹਾ। ਇਸ ਤਰ੍ਹਾਂ ਖੜ ਕੇ ਉਹਦੀ ਉਡੀਕ ਕਰਨ 'ਚ ਉਹਨੂੰ ਮਜ਼ਾ ਆ ਰਿਹਾ ਸੀ। ਅਜਿਹਾ ਇੱਕ ਵਾਰ ਨਹੀਂ, 5-6 ਵਾਰ ਹੋਇਆ ਸੀ। ਪਹਿਲਾਂ ਨਾ ਤਾਂ ਕਦੀ ਉਹ ਇੰਨੀ ਆਕਰਸ਼ਿਤ ਜਾਪੀ ਸੀ ਤੇ ਨਾ ਹੀ ਉਹਨੇ ਪਹਿਲਾਂ ਆਪਣੇ ਆਪ ਨੂੰ ਕਦੇ ਉਹਦੇ ਕਬਜ਼ੇ 'ਚ ਮਹਿਸੂਸ ਕੀਤਾ ਸੀ। ਉਹਨੂੰ ਜਾਪਿਆ ਆਪਣੇ ਆਪ ਉੱਤੇ ਉਹਦਾ ਜ਼ਬਤ ਖਤਮ ਹੋ ਰਿਹਾ ਸੀ। ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਪਾਗਲ ਹੋ ਜਾਏਗਾ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹਦੀ ਇੱਛਾ ਤੇ ਜੰਗਲ 'ਚ ਜਾਣਾ, ਉਹਦਾ ਇਹ ਕੰਮ ਨਫ਼ਰਤ ਭਰੀ ਬੇਹੂਦਗੀ ਸੀ। ਫਿਰ ਵੀ ਉਹ ਚਾਹੁੰਦਾ ਸੀ ਸਟੈਪੀਨੀਦਾ ਉਹਨੂੰ ਹਨੇਰੇ ਵਿੱਚ ਟੱਕਰ ਜਾਏ, ਉਹਦੇ ਪਿੰਡੇ ਉੱਤੇ ਹੱਥ ਫੇਰੇ, ਆਪਣੀ ਕਾਮਨਾ ਪੂਰੀ ਕਰੇ। ਉਹ ਇਹ ਵੀ ਜਾਣਦਾ ਸੀ ਕਿ ਲੋਕ ਲਾਜ ਉਹਨੂੰ ਅਜਿਹਾ ਕਰਨ ਤੋਂ ਰੋਕਦੀ ਸੀ, ਪਰ ਉਹ ਇਹ ਵੀ ਜਾਣਦਾ ਸੀ ਕਿ ਉਹਨੂੰ ਅਜਿਹੇ ਹਾਲਾਤ ਦੀ ਤਲਾਸ਼ ਸੀ ਜਿੱਥੇ ਅਜਿਹੇ ਲੋਕ ਲਾਜ ਨਜ਼ਰ ਨਾ ਆਵੇ, ਜਿਵੇਂ ਹਨੇਰੇ 'ਚ ਮੁਲਾਕਾਤ। ਪਰ ਉਹ ਮਹਿਸੂਸ ਕਰਦਾ ਸੀ ਕਿ ਉਹ ਅਪਰਾਧੀ ਸੀ ਤੇ ਆਪਣੀ ਪੂਰੀ ਆਤਮਾ ਨਾਲ ਆਪਣੇ ਆਪ ਨੂੰ ਨਫ਼ਰਤ ਕਰਦਾ ਸੀ, ਪਰ ਅਜੇ ਉਹਨੇ ਹਾਰ ਨਹੀਂ ਮੰਨੀ ਸੀ। ਉਹ ਹਰ ਰੋਜ਼ ਪਰਮਾਤਮਾ ਅੱਗੇ ਅਰਦਾਸ ਕਰਦਾ, ਹੇ ਪ੍ਰਭੂ ਮੈਨੂੰ ਸ਼ਕਤੀ ਦੇ, ਮੈਨੂੰ ਬਰਬਾਦ ਹੋਣ ਤੋਂ ਬਚਾ ਲੈ। ਉਹ ਹਰ ਰੋਜ਼ ਫੈਸਲਾ ਕਰਦਾ ਕਿ ਉਹ ਉਸ ਵੱਲ ਜਾਣ ਲਈ ਇੱਕ ਕਦਮ ਵੀ ਨਹੀਂ ਪੁੱਟੇਗਾ ਤੇ ਉਹਨੂੰ ਹਮੇਸ਼ਾ ਵਾਸਤੇ ਭੁੱਲ ਜਾਏਗਾ। ਇਸ ਜਾਲ 'ਚੋਂ ਨਿਕਲਣ ਲਈ ਉਹ ਹਰ ਰੋਜ਼ ਨਵੇਂ ਢੰਗ ਤਰੀਕੇ ਸੋਚਦਾ, ਉਹਨਾਂ ਦੀ ਵਰਤੋਂ ਵੀ ਕਰਦਾ, ਪਰ ਸਭ ਬੇਕਾਰ। ਇੱਕ ਤਰੀਕਾ ਇਹ ਸੀ ਕਿ ਉਹ ਹਰ ਵੇਲੇ ਰੁੱਝਿਆ ਰਹਿੰਦਾ। ਦੂਜਾ ਤਰੀਕਾ ਸੀ ਸਖਤ ਜਿਸਮਾਨੀ ਮੁਸ਼ੱਕਤ ਕਰਦਾ ਤੇ ਵਰਤ ਰੱਖਦਾ। ਤੀਜਾ ਤਰੀਕਾ ਸੀ ਉਸ ਬਦਨਾਮੀ ਤੇ ਸ਼ਰਮਿੰਦਗੀ ਬਾਰੇ ਸੋਚਦਾ ਜਿਹੜੀ ਉਹਨੂੰ ਬਰਦਾਸ਼ਤ ਕਰਨੀ ਪਏਗੀ ਜਦ ਇਹ ਗੱਲ ਉਹਦੀ ਪਤਨੀ, ਸੱਸ ਤੇ ਆਸੇ-ਪਾਸੇ ਦੇ ਸਭ ਲੋਕਾਂ ਨੂੰ ਪਤਾ ਲੱਗੇਗੀ। ਉਹ ਮਹਿਸੂਸ ਕਰਦਾ ਕਿ ਆਪਣੀਆਂ ਕੋਸ਼ਿਸ਼ਾਂ ਵਿੱਚ ਸਫਲ ਹੋ ਰਿਹਾ ਸੀ, ਪਰ ਜਦ ਦੁਪਹਿਰ ਦਾ ਸਮਾਂ ਆਉਂਦਾ, ਉਹਨਾਂ ਦੀਆਂ ਮਿਲਣੀਆਂ ਦਾ ਸਮਾਂ ਯਾਦ ਆਉਂਦਾ, ਉਹਨੂੰ ਉਹ ਘੜੀ ਯਾਦ ਆਉਂਦੀ ਜਦ ਉਹ ਉਹਨੂੰ ਘਾਹ ਦੀ ਬੋਰੀ ਚੁੱਕੀ ਮਿਲੀ ਸੀ। ਉਹ ਜੰਗਲ ਵੱਲ ਤੁਰ ਪੈਂਦਾ। ਇਸ ਤਰ੍ਹਾਂ ਕਸ਼ਟ ਭਰੇ 5 ਦਿਨ ਬੀਤ ਗਏ। ਉਹਨੂੰ ਕੇਵਲ ਦੂਰੋਂ ਹੀ ਨਜ਼ਰ ਆਉਂਦੀ ਸੀ, ਇੱਕ ਵਾਰ ਵੀ ਮੁਲਾਕਾਤ ਨਾ ਹੋ ਸਕੀ। ਲਿਜ਼ਾ ਹੌਲੀ-ਹੌਲੀ ਰਾਜ਼ੀ ਹੋ ਰਹੀ ਸੀ, ਪਰ ਅਜੇ ਬਹੁਤ ਤੁਰ ਫਿਰ ਨਹੀਂ ਸੀ ਸਕਦੀ। ਪਰ ਪਤੀ 'ਚ ਆਈ ਤਬਦੀਲੀ ਉਹਦੀ ਚਿੰਤਾ ਦਾ ਕਾਰਨ ਸੀ, ਜਿਸ ਦੀ ਉਹਨੂੰ ਸਮਝ ਨਹੀਂ ਸੀ ਆ ਰਹੀ। 2 ਦਿਨ ਲਗਾਤਾਰ ਮੀਂਹ ਪੈਂਦਾ ਰਿਹਾ, ਸਾਰਾ ਕੰਮਕਾਰ ਰੁਕ ਗਿਆ। ਯੂਜੀਨ ਘਰੇ ਹੀ ਪਤਨੀ ਕੋਲ ਬੈਠਾ ਰਹਿੰਦਾ। ਲਿਜ਼ਾ ਨੇ ਕਈ ਵਾਰ ਉਹਨੂੰ ਉਹਦੀ ਬੇਚੈਨੀ ਦਾ ਕਾਰਨ ਪੁੱਛਿਆ। ਉਹ ਖਿਝ ਕੇ ਆਖ ਦਿੰਦਾ, ਕੋਈ ਖਾਸ ਗੱਲ ਨਹੀਂ। ਉਹ ਚੁੱਪ ਕਰ ਜਾਂਦੀ, ਪਰ ਉਹਦੀ ਚਿੰਤਾ ਉਸੇ ਤਰ੍ਹਾਂ ਕਾਇਮ ਰਹੀ। ਉਹ ਕਿਤਾਬ ਪੜ੍ਹਨ ਲੱਗ ਪਿਆ, ਪਰ ਉਹਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਮੈਂ ਬਾਹਰ ਜਾ ਕੇ ਕੱਲ ਲਿਆਂਦੀ ਮਸ਼ੀਨ ਵੇਖਾਵਾਂ, ਕਹਿ ਕੇ ਉੱਠਿਆ ਤੇ ਬਾਹਰ ਨਿਕਲ ਗਿਆ। ਛਤਰੀ ਤੇ ਲੈ ਜਾਓ, ਲਿਜ਼ਾ ਨੇ ਆਖਿਆ। ਨਹੀਂ, ਮੇਰੇ ਚਮੜੇ ਦਾ ਕੋਟ ਪਾਇਆ ਹੋਇਆ, ਮੈਂ ਤਾਂ ਕੇਵਲ ਭੱਠੀ ਤੱਕ ਜਾਣਾ। ਚਮੜੇ ਦਾ ਕੋਟ ਤੇ ਬੂਟ ਪਾ ਕੇ ਉਹ ਕਾਰਖਾਨੇ ਵੱਲ ਤੁਰ ਪਿਆ। ਉਹ ਅਜੇ 20 ਕੁ ਕਦਮ ਹੀ ਗਿਆ ਹੋਏਗਾ ਕਿ ਉਹਨੂੰ ਉਸ ਵੱਲ ਆਉਂਦੀ ਦਿਸੀ। ਉਹ ਆਪਣੀ ਸਕਰਟ ਉਹਨੇ ਗੋਰੀਆਂ ਪਿੰਜੜੀਆਂ ਤੋਂ ਉੱਪਰ ਚੁੱਕੀ ਹੋਈ ਸੀ ਤੇ ਉਸੇ ਵੱਲ ਤੁਰੀ ਆ ਰਹੀ ਸੀ। ਸਿਰ ਤੇ ਮੋਢਿਆਂ ਦੁਆਲੇ ਉਹਨੇ ਸ਼ਾਲ ਲਪੇਟ ਰੱਖੀ ਸੀ। ਤੂੰ ਕਿੱਥੇ ਜਾ ਰਹੀ ਹੈ? ਬਿਨਾਂ ਪਛਾਣੇ ਉਹਨੇ ਪੁੱਛਿਆ, ਪਰ ਜਦ ਤੱਕ ਉਹਨੂੰ ਪਛਾਣ ਆਈ ਤਾਂ ਬਹੁਤ ਦੇਰ ਹੋ ਚੁੱਕੀ ਸੀ। ਉਹ ਖੜ ਗਈ, ਮੁਸਕਰਾ ਕੇ ਉਹਨੂੰ ਉੱਪਰ ਤੋਂ ਹੇਠਾਂ ਤੱਕ ਦੇਖਦੀ ਹੋਈ ਬੋਲੀ, ਮੈਂ ਆਪਣਾ ਵੱਛਾ ਭਾਲ ਰਹੀ ਹਾਂ, ਪਰ ਤੁਸੀਂ ਅਜਿਹੇ ਮੌਸਮ 'ਚ ਕਿੱਧਰ ਜਾ ਰਹੇ ਹੋ? ਉਹਨੇ ਇਸ ਤਰ੍ਹਾਂ ਪੁੱਛਿਆ ਜਿਵੇਂ ਉਹਨੂੰ ਹਰ ਰੋਜ਼ ਮਿਲਦੀ ਹੋਵੇ। ਸ਼ੈੱਡ 'ਚ ਚੱਲ, ਉਹਦੇ ਮੂੰਹ ਅਚਾਨਕ ਨਿਕਲਿਆ। ਇਹ ਸੋਚੇ ਬਿਨਾਂ ਕਿ ਉਹਨੇ ਕੀ ਆਖਿਆ ਸੀ, ਉਹਨੂੰ ਜਾਪਿਆ ਇਹ ਸ਼ਬਦ ਕਿਸੇ ਹੋਰ ਨੇ ਬੋਲੇ ਸੀ। ਸ਼ਾਲ ਦੰਦਾਂ 'ਚ ਲੈ ਕੇ ਉਹਨੇ ਅੱਖ ਮਾਰੀ ਤੇ ਸ਼ੈੱਡ ਵੱਲ ਭੱਜ ਪਈ। ਉਹਦੇ ਪਿੱਛੇ ਤੁਰ ਪਿਆ। ਮਾਲਕ, ਪਿੱਛੋਂ ਕਿਸੇ ਨੇ ਉਹਨੂੰ ਆਵਾਜ਼ ਮਾਰੀ। ਮਾਲਕਣ ਤੁਹਾਨੂੰ ਬੁਲਾ ਰਹੀ ਹੈ, 1 ਮਿੰਟ ਉਹਨਾਂ ਦੀ ਗੱਲ ਸੁਣ ਜਾਓ। ਇਹ ਮੀਸ਼ਾ ਸੀ, ਉਹਨਾਂ ਦਾ ਨੌਕਰ। ਮੇਰੇ ਖੁਦਾਇਆ, ਦੂਜੀ ਵਾਰ ਤੁਸੀਂ ਮੈਨੂੰ ਬਚਾ ਲਿਆ, ਯੂਜੀਨ ਨੇ ਸੋਚਿਆ ਤੇ ਇੱਕਦਮ ਵਾਪਸ ਮੁੜ ਪਿਆ। 5 ਮਿੰਟ ਪਿੱਛੋਂ ਜਦੋਂ ਸ਼ੈੱਡ 'ਚ ਗਿਆ, ਉੱਥੇ ਨਹੀਂ ਸੀ। ਮੈਂ ਅਜਿਹਾ ਕਿਉਂ ਸੋਚ ਲਿਆ ਕਿ ਮੈਨੂੰ ਭੱਜ ਕੇ ਮਿਲੇਗੀ?
ਉਹਦਾ ਆਪਣਾ ਪਤੀ ਹੈ। ਮੈਂ ਹੀ ਇੱਕ ਅਜਿਹਾ ਮਹਾ ਦੁਖੀ ਆਦਮੀ ਹਾਂ, ਚੰਗੀ ਭਲੀ ਪਤਨੀ ਦੇ ਹੁੰਦਿਆਂ ਸੁਣਿਆ ਦੂਜੀਆਂ ਮਗਰ ਭੱਜਿਆ ਫਿਰਦਾ। ਤ੍ਰਿਪ ਚੋਂਦੇ ਸ਼ੈੱਡ ਹੇਠਾਂ ਬੈਠਾ ਉਹ ਇਸ ਤਰ੍ਹਾਂ ਸੋਚ ਰਿਹਾ ਸੀ। ਪਰ ਕਿੰਨਾ ਸਵਾਦ ਆਉਂਦਾ ਜੇਕਰ ਉਹ ਇੱਥੇ ਮੀਂਹ ਪੈਂਦੇ 'ਚ ਇਕੱਲੀ, ਹਾਏ ਜੇਕਰ ਉਹਨੂੰ ਇੱਕ ਵਾਰ ਜੱਫੀ ਪਾ ਸਕਦਾ, ਫਿਰ ਭਾਵੇਂ ਕੁਝ ਵੀ ਹੋ ਜਾਂਦਾ। ਮੈਂ ਉਹਦੀਆਂ ਪੈੜਾਂ ਦੇਖ ਕੇ ਦੱਸ ਸਕਦਾ ਉਹ ਇੱਥੇ ਆਈ ਸੀ ਜਾਂ ਨਹੀਂ। ਉਹਨੇ ਸੋਚਿਆ। ਉਹਨੇ ਸ਼ੈੱਡ ਦੇ ਨੇੜੇ ਜ਼ਮੀਨ ਤੇ ਨਿਗਾਹ ਮਾਰੀ, ਡੰਡੀ ਉੱਪਰ ਨਜ਼ਰ ਮਾਰੀ ਜਿਹਦੇ ਆਸੀ-ਪਾਸੀ ਘਾਹ ਉੱਗਿਆ ਹੋਇਆ ਸੀ। ਉਹਨੂੰ ਨੰਗੇ ਪੈਰਾਂ ਦੇ ਸੱਜਰੇ ਨਿਸ਼ਾਨ ਨਜ਼ਰ ਆਏ। ਉਹਨੂੰ ਤਿਲਕੇ ਪੈਰ ਦੀ ਵੀ ਪੈੜ ਦਿਖਾਈ ਦਿੱਤੀ। ਹਾਂ, ਉਹ ਇੱਥੇ ਆ ਕੇ ਗਈ ਹੈ। ਬਸ ਹੁਣ ਫੈਸਲਾ ਹੋ ਗਿਆ। ਜਿੱਥੇ ਕਿਤੇ ਵੀ ਉਹ ਮੈਨੂੰ ਮਿਲੇਗੀ ਮੈਂ ਸਿੱਧਾ ਹੀ ਉਸ ਕੋਲ ਚਲਾ ਜਾਵਾਂਗਾ। ਉਹ ਬਹੁਤ ਦੇਰ ਤੱਕ ਸ਼ੈੱਡ 'ਚ ਬੈਠਾ ਰਿਹਾ। ਸੋਚ ਕੇ ਉਹ ਥੱਕ ਗਿਆ ਤੇ ਵਾਪਸ ਮੁੜ ਆਇਆ। ਦੁਪਹਿਰ ਦੇ ਖਾਣੇ ਦੀ ਉਡੀਕ 'ਚ ਉਹ ਆਪਣੇ ਕਮਰੇ 'ਚ ਜਾ ਕੇ ਪੈ ਗਿਆ। ਖਾਣੇ ਤੋਂ ਪਹਿਲਾਂ ਲਿਜ਼ਾ ਉਸ ਕੋਲ ਆਈ। ਉਹ ਹੈਰਾਨ ਸੀ ਉਹ ਇੰਨਾ ਪਰੇਸ਼ਾਨ ਕਿਉਂ ਸੀ। ਕਿਸੇ ਨੇ ਦਰਵਾਜ਼ਾ ਖੜਕਾਇਆ ਜਿਵੇਂ ਵਿਦੇਸ਼ੀ ਖੜਕਾਉਂਦੇ ਹਨ। ਉਹ ਸਮਝ ਗਿਆ ਜ਼ਰੂਰ ਉਹਦਾ ਚਾਚਾ ਹੋਏਗਾ। ਆ ਜਾਓ, ਉਹਨੇ ਆਖਿਆ। ਚਾਚਾ ਲਿਜ਼ਾ ਦਾ ਆਪੇ ਬਣਿਆ ਦੂਤ ਬਣ ਕੇ ਆਇਆ ਸੀ। ਤੁਹਾਨੂੰ ਪਤਾ ਮੈਂ ਕਈ ਦਿਨਾਂ ਤੋਂ ਨੋਟ ਕਰ ਰਿਹਾ ਤੁਹਾਡੇ ਵਿੱਚ ਸੱਚਮੁੱਚ ਬਹੁਤ ਵੱਡੀ ਤਬਦੀਲੀ ਆਈ ਹੈ। ਲਿਜ਼ਾ ਇਸ ਗੱਲ ਤੋਂ ਪਰੇਸ਼ਾਨ ਹੈ। ਉਂਝ ਤਾਂ ਤੁਹਾਡੇ ਵਾਸਤੇ ਸਾਰਾ ਕੰਮਕਾਜ ਛੱਡ ਕੇ ਜਾਣਾ ਮੁਸ਼ਕਿਲ ਹੈ, ਪਰ ਮੈਂ ਤੁਹਾਨੂੰ ਸਲਾਹ ਦਿੰਦਾ ਤੁਸੀਂ ਕਿਧਰੇ ਬਾਹਰ ਜਾਓ। ਮੇਰੀ ਰਾਏ 'ਚ ਕਰੀਮੀਆਂ ਜਾਣਾ ਠੀਕ ਰਹੇਗਾ। ਚਾਚਾ ਜੀ, ਯੂਜ਼ੀਨ ਇੱਕਦਮ ਬੋਲਿਆ, ਤੁਸੀਂ ਕੋਈ ਭੇਤ ਗੁਪਤ ਰੱਖ ਸਕਦੇ ਹੋ? ਇੱਕ ਅਜਿਹਾ ਭੇਤ ਜਿਹੜਾ ਮੇਰੇ ਲਈ ਭਿਆਨਕ ਵੀ ਹੈ ਤੇ ਹਾਨੀਕਾਰਕ ਵੀ। ਹਾਂ ਦੱਸ, ਕੀ ਤੈਨੂੰ ਮੇਰੇ ਬਾਰੇ ਕਿਸੇ ਕਿਸਮ ਦਾ ਸ਼ੱਕ ਹੈ? ਤੁਸੀਂ ਮੇਰੀ ਸਹਾਇਤਾ ਕਰ ਸਕਦੇ ਹੋ ਚਾਚਾ ਜੀ। ਸਹਾਇਤਾ ਹੀ ਨਹੀਂ, ਤੁਸੀਂ ਮੈਨੂੰ ਬਚਾ ਸਕਦੇ ਹੋ। ਬੋਲ ਪੁੱਤਰ, ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦਾ, ਚਾਚੇ ਨੇ ਆਖਿਆ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਅਤ ਦੁਖੀ, ਨਿਕੰਮਾ ਤੇ ਬਦਮਾਸ਼ ਆਦਮੀ ਹਾਂ। ਸੱਚਮੁੱਚ ਬਦਮਾਸ਼। ਇਹ ਤੂੰ ਕੀ ਆਖ ਰਿਹਾ? ਚਾਚੇ ਨੇ ਟੋਕਿਆ ਜਿਵੇਂ ਉਹਦੀ ਆਪਣੀ ਬੇਇੱਜ਼ਤੀ ਹੋ ਗਈ ਹੋਵੇ। ਬਦਮਾਸ਼ ਨਹੀਂ ਤਾਂ ਹੋਰ ਕੀ। ਮੈਂ ਲਿਜ਼ਾ ਵਰਗੀ ਪਵਿੱਤਰ ਪਿਆਰ ਕਰਨ ਵਾਲੀ ਪਤਨੀ ਦਾ ਪਤੀ ਇੱਕ ਜੱਟੀ ਨਾਲ ਸੰਬੰਧ ਜੋੜ ਕੇ ਉਸ ਨਾਲ ਬੇਇਨਸਾਫੀ ਕਰ ਰਿਹਾ। ਬਦਮਾਸ਼ ਨਹੀਂ ਤਾਂ ਹੋਰ ਕੀ ਹਾਂ ਮੈਂ। ਇਹ ਤੂੰ ਕੀ ਕਹਿ ਰਿਹਾ ਪੁੱਤਰ? ਤੈਨੂੰ ਕੀ ਲੋੜ ਹੈ ਕਿਸੇ ਅਜਿਹੇ ਸੰਬੰਧਾਂ ਦੀ? ਤੂੰ ਲਿਜ਼ਾ ਨਾਲ ਕਹੀ ਬੇਵਫਾਈ ਨਹੀਂ ਕੀਤੀ? ਹਾਂ, ਘੱਟੋ ਘੱਟ ਇਸ ਸਮੇਂ ਮੈਂ ਬੇਵਫਾਈ ਨਹੀਂ ਕੀਤੀ, ਕਿਉਂਕਿ ਇਹ ਗੱਲ ਮੇਰੇ ਉੱਪਰ ਨਿਰਭਰ ਨਹੀਂ ਕਰਦੀ। ਪਰ ਮੈਂ ਬੇਵਫਾਈ ਕਰਨ ਲਈ ਤਿਆਰ ਸੀ ਜੇਕਰ ਮੈਨੂੰ ਰੋਕਿਆ ਨਾ ਜਾਂਦਾ। ਹੁਣ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ। ਮਿਹਰਬਾਨੀ ਕਰਕੇ ਤੂੰ ਮੈਨੂੰ ਸਾਰੀ ਗੱਲ ਖੋਲ ਕੇ ਦੱਸ। ਠੀਕ ਹੈ ਤਾਂ ਸੁਣੋ। ਜਦੋਂ ਮੈਂ ਛੜਾ ਸੀ, ਮੈਂ ਪਿੰਡ ਦੀ ਇੱਕ ਤੀਵੀਂ ਨਾਲ ਸੰਬੰਧ ਜੋੜਨ ਦੀ ਬੇਵਕੂਫੀ ਕਰ ਬੈਠਾ। ਕਹਿਣ ਦਾ ਭਾਵ ਹੈ ਉਹ ਮੈਨੂੰ ਇੱਥੇ ਜੰਗਲ ਵਿੱਚ ਖੇਤਾਂ 'ਚ ਮਿਲਣ ਆਇਆ ਕਰਦੀ ਸੀ। ਕੀ ਉਹ ਸੋਹਣੀ ਸੀ? ਚਾਚੇ ਨੇ ਪੁੱਛਿਆ। ਇਸ ਪ੍ਰਸ਼ਨ ਤੇ ਉਹਨੂੰ ਬਹੁਤ ਗੁੱਸਾ ਆਇਆ, ਪਰ ਉਹਨੂੰ ਚਾਚੇ ਦੀ ਸਹਾਇਤਾ ਦੀ ਲੋੜ ਸੀ। ਉਹਨੇ ਇਉਂ ਪ੍ਰਗਟ ਕੀਤਾ ਜਿਵੇਂ ਉਹਨੇ ਚਾਚੇ ਦਾ ਪ੍ਰਸ਼ਨ ਸੁਣਿਆ ਹੀ ਨਾ ਹੋਵੇ ਤੇ ਆਪਣੀ ਗੱਲ ਜਾਰੀ ਰੱਖੀ। ਮੈਂ ਸਮਝਦਾ ਸੀ ਇਹ ਥੋੜੇ ਸਮੇਂ ਦਾ ਮਸਲਾ ਸੀ ਤੇ ਮੈਂ ਛੇਤੀ ਇਹਨੂੰ ਖਤਮ ਕਰ ਦਿਆਂਗਾ। ਵਿਆਹ ਤੋਂ ਪਹਿਲਾਂ ਹੀ ਮੈਂ ਉਹਦੇ ਨਾਲ ਆਪਣੇ ਸੰਬੰਧ ਤੋੜ ਲਏ ਸਨ। 1 ਸਾਲ ਤੱਕ ਮੈਂ ਨਾ ਹੀ ਉਹਨੂੰ ਮਿਲਿਆ, ਨਾ ਹੀ ਮੈਨੂੰ ਉਹਦਾ ਖਿਆਲ ਆਇਆ। ਫਿਰ ਅਚਾਨਕ ਪਤਾ ਨਹੀਂ ਕੀ ਹੋਇਆ, ਜਿਵੇਂ ਕਿਸੇ ਨੇ ਟੂਣਾ ਕਰ ਦਿੱਤਾ ਹੋਵੇ ਤੇ ਕੀੜਾ ਮੁੜ ਮੇਰੇ ਦਿਲ 'ਚ ਵੜ ਗਿਆ, ਜਿਹੜਾ ਹਰ ਵੇਲੇ ਮੈਨੂੰ ਅੰਦਰੋਂ ਅੰਦਰ ਹੀ ਕੁੱਤਰਦਾ ਰਹਿੰਦਾ। ਮੈਂ ਆਪਣੇ ਆਪ ਨੂੰ ਫਿਟਕਾਰਦਾ, ਇਸ ਕੰਮ ਦੀ ਭਿਆਨਕਤਾ ਨੂੰ ਸਮਝਦਾ, ਪਰ ਮੈਨੂੰ ਲੱਗਦਾ ਮੈਥੋਂ ਉਹੀ ਕੰਮ ਮੁੜ ਹੋ ਜਾਏਗਾ। ਮੈਂ ਇਹ ਕੰਮ ਕਰ ਵੀ ਸਕਦਾ ਸੀ, ਪਰ ਪਰਮਾਤਮਾ ਨੇ ਮੈਨੂੰ ਬਚਾ ਲਿਆ। ਕੱਲ ਮੈਂ ਉਹਨੂੰ ਮਿਲਣ ਜਾ ਰਿਹਾ ਸੀ ਜਦ ਲਿਜ਼ਾ ਨੇ ਮੈਨੂੰ ਬੁਲਾਉਣ ਲਈ ਸੁਨੇਹਾ ਭੇਜ ਦਿੱਤਾ। ਮੀਂਹ ਵਿੱਚ? ਹਾਂ, ਮੀਂਹ ਵਿੱਚ। ਮੈਂ ਟੁੱਟ ਚੁੱਕਿਆ ਚਾਚਾ ਜੀ। ਤੁਹਾਡੇ ਅੱਗੇ ਇਕਬਾਲ ਕਰਕੇ ਤੁਹਾਡੀ ਮਦਦ ਲੈਣ ਦਾ ਫੈਸਲਾ ਕੀਤਾ ਹੈ। ਹਾਂ, ਆਪਣੀ ਜਾਗੀਰ ਉੱਤੇ ਅਜਿਹੇ ਕੰਮ ਕਰਨਾ ਮਾੜੀ ਗੱਲ ਹੈ। ਲੋਕਾਂ ਨੂੰ ਪਤਾ ਲੱਗ ਸਕਦਾ। ਮੈਂ ਸਮਝਦਾ ਲਿਜ਼ਾ ਕਮਜ਼ੋਰ ਹੈ, ਉਹਨੂੰ ਇਹ ਗੱਲ ਨਹੀਂ ਦੱਸਣੀ ਚਾਹੀਦੀ। ਪਰ ਤੁਸੀਂ ਆਪਣੀ ਜਾਗੀਰ ਤੇ ਅਜਿਹਾ ਕੰਮ ਕਿਉਂ ਕੀਤਾ? ਇਸ ਵਾਰ ਵੀ ਯੂਜ਼ੀਨ ਨੇ ਚਾਚੇ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਤੇ ਆਪਣੀ ਗੱਲ ਜਾਰੀ ਰੱਖਦਿਆਂ ਆਖਿਆ, ਤੁਸੀਂ ਚਾਚਾ ਜੀ ਮੈਨੂੰ ਆਪਣੇ ਆਪ ਤੋਂ ਬਚਾਓ। ਮੈਂ ਬਸ ਇਹੀ ਗੱਲ ਆਖਣੀ ਹੈ। ਅੱਜ ਤਾਂ ਮੈਂ ਕੁਦਰਤੀ ਬਚ ਗਿਆ, ਕੱਲ ਜਾਂ ਪਰਸੋਂ ਕੌਣ ਬਚਾਏਗਾ? ਮੈਨੂੰ ਰੋਕਣ ਵਾਲਾ ਕੋਈ ਨਹੀਂ ਹੋਏਗਾ। ਤੇ ਹੁਣ ਇਹ ਗੱਲ ਉਹ ਵੀ ਜਾਣ ਗਈ ਹੈ। ਮੈਨੂੰ ਇਕੱਲਾ ਨਾ ਛੱਡੋ, ਠੀਕ ਹੈ? ਪਰ ਕੀ ਸੱਚਮੁੱਚ ਹੀ ਤੈਨੂੰ ਇੰਨਾ ਪਿਆਰ ਹੋ ਗਿਆ? ਨਹੀਂ, ਅਜਿਹੀ ਕੋਈ ਗੱਲ ਨਹੀਂ। ਪਿਆਰ ਵਰਗੀ ਕੋਈ ਗੱਲ ਨਹੀਂ। ਇਹ ਕੋਈ ਸ਼ਕਤੀ ਹੈ ਜਿਹਨੇ ਮੈਨੂੰ ਕਾਬੂ ਕਰ ਰੱਖਿਆ। ਸਮਝ ਨਹੀਂ ਆਉਂਦੀ ਮੈਂ ਕੀ ਕਰਾਂ। ਸ਼ਾਇਦ ਤੁਹਾਡੇ ਕੋਲੋਂ ਕੁਝ ਸ਼ਕਤੀ ਮਿਲ ਸਕੇ ਤੇ ਫਿਰ ਤਾਂ ਉਹੀ ਗੱਲ ਠੀਕ ਹੈ ਜੋ ਮੈਂ ਆਖੀ ਸੀ। ਚਾਚੇ ਨੇ ਆਖਿਆ, ਸਾਨੂੰ ਇੱਕਦਮ ਕਰੀਮੀਆਂ ਚਲੇ ਜਾਣਾ ਚਾਹੀਦਾ। ਹਾਂ ਠੀਕ ਹੈ, ਆਪਾਂ ਚੱਲਾਂਗੇ, ਪਰ ਤੁਸੀਂ ਮੇਰੇ ਨਾਲ ਰਹੋਗੇ ਤੇ ਮੇਰੇ ਨਾਲ ਗੱਲਾਂ ਕਰੋਗੇ। ਮੀਂਹ ਵਾਲੇ ਦਿਨ ਪਿੱਛੋਂ ਇੱਕ ਵਾਰ ਵੀ ਸਤੈਪੀਨੀਦਾ ਨੂੰ ਮਿਲੇ ਬਗੈਰ ਹੀ ਉਹ ਆਪਣੀ ਪਤਨੀ ਨਾਲ ਕਰੀਮੀਆਂ ਚਲਾ ਗਿਆ। ਉੱਥੇ ਉਹਨਾਂ ਨੇ ਵਧੀਆ 2 ਮਹੀਨੇ ਗੁਜ਼ਾਰੇ। ਉਸ ਉੱਤੇ ਕਈ ਅਜਿਹੇ ਪ੍ਰਭਾਵ ਪਏ
ਜਾਪਦਾ ਸੀ ਜਿਵੇਂ ਅਤੀਤ ਉਹਦੀਆਂ ਯਾਦਾਂ 'ਚੋਂ ਬਿਲਕੁਲ ਹੀ ਧੋਤਾ ਗਿਆ ਹੋਵੇ। ਅਗਸਤ ਵਿੱਚ ਲਿਜ਼ਾ ਨੇ ਇੱਕ ਸੁੰਦਰ ਤੰਦਰੁਸਤ ਬੱਚੀ ਨੂੰ ਜਨਮ ਦਿੱਤਾ। ਸਤੰਬਰ 'ਚ ਉਹ ਆਪਣੇ ਘਰ ਵਾਪਸ ਮੁੜ ਆਏ। ਯੂਜੀਨ ਪਹਿਲੇ ਭੈਆਂ ਤੋਂ ਮੁਕਤ ਬਿਲਕੁਲ ਨਵਾਂ ਖੁਸ਼ ਤਬੀਅਤ ਆਦਮੀ ਬਣ ਕੇ ਆਇਆ। ਉਹ ਪਿਛਲੇ ਪ੍ਰਭਾਵਾਂ ਤੋਂ ਇੰਨਾ ਮੁਕਤ ਹੋ ਗਿਆ ਸੀ ਕਿ ਉਹਨੂੰ ਮੁਖਤਿਆਰ ਤੋਂ ਪਹਿਲੀ ਮੁਲਾਕਾਤ ਸਮੇਂ ਉਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਕੋਈ ਡਰ ਭੈ ਮਹਿਸੂਸ ਨਹੀਂ ਹੋਇਆ। ਉਸ ਨਾਲ ਤਾਂ ਉਹ ਪਹਿਲਾਂ ਵੀ ਇਸ ਮਾਮਲੇ ਬਾਰੇ ਗੱਲ ਕਰ ਚੁੱਕਿਆ ਸੀ, ਇਸ ਲਈ ਮੁਖਤਿਆਰ ਨਾਲ ਗੱਲ ਕਰਨ ਸਮੇਂ ਉਹਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੋਈ। ਅੱਛਾ, ਕੀ ਸੀਡੋਰ ਪੈਸ਼ੀਨੀਕੋਵ ਅਜੇ ਵੀ ਘਰੋਂ ਬਾਹਰ ਹੈ? ਉਹਨੇ ਪੁੱਛਿਆ। ਹਾਂ ਜਨਾਬ, ਉਹ ਅਜੇ ਵੀ ਸ਼ਹਿਰ ਹੀ ਰਹਿੰਦਾ ਹੈ। ਤੇ ਉਹਦੀ ਬੀਵੀ? ਉਹ ਬੇਕਾਰ ਔਰਤ ਹੈ ਜੀ, ਹੁਣ ਉਹ ਜ਼ੈਨੋਵੀ ਨਾਲ ਫਸੀ ਹੋਈ ਹੈ। ਉਹਦਾ ਕੋਈ ਬੰਨ ਸੁਭ ਨਹੀਂ ਜੀ। ਠੀਕ ਹੈ, ਯੂਜੀਨ ਨੇ ਸੋਚਿਆ, ਮੇਰੇ ਉੱਤੇ ਉਹਦਾ ਕੋਈ ਪ੍ਰਭਾਵ ਨਹੀਂ, ਮੈਂ ਕਿੰਨਾ ਬਦਲ ਗਿਆ। ਸਭ ਕੁਝ ਜੋ ਯੂਜੀਨ ਨੇ ਚਾਹਿਆ ਸੀ ਪ੍ਰਾਪਤ ਕਰ ਲਿਆ ਸੀ। ਜਾਇਦਾਦ ਬਣਾ ਲਈ ਸੀ, ਕਾਰਖਾਨਾ ਕਾਮਯਾਬੀ ਨਾਲ ਚੱਲ ਰਿਹਾ ਸੀ, ਚੁਕੰਦਰ ਦੀ ਫਸਲ ਵੀ ਸ਼ਾਨਦਾਰ ਹੋਈ ਸੀ ਤੇ ਉਸ ਵਿੱਚ ਉਹਨੂੰ ਬਹੁਤ ਸਾਰੀ ਆਮਦਨ ਹੋਣ ਦੀ ਆਸ ਸੀ। ਉਹਦੀ ਪਤਨੀ ਬੜੀ ਤਸੱਲੀ ਬਖਸ਼ ਢੰਗ ਨਾਲ ਬੱਚੀ ਦੀ ਮਾਂ ਬਣ ਗਈ ਸੀ। ਉਹਦੀ ਸੱਸ ਵੀ ਚਲੀ ਗਈ ਸੀ ਤੇ ਉਹਨੂੰ ਸਰਬਸੰਮਤੀ ਨਾਲ ਜ਼ੋਮਸਤਵੋ ਦਾ ਮੈਂਬਰ ਚੁਣ ਲਿਆ ਗਿਆ ਸੀ। ਚੋਣਾਂ ਤੋਂ ਪਿੱਛੋਂ ਘਰ ਵਾਪਸ ਆ ਰਿਹਾ ਸੀ ਤੇ ਸੋਚ ਰਿਹਾ ਸੀ ਲੋਕ ਹੁਣ ਉਸ ਬਾਰੇ ਕਿਵੇਂ ਸੋਚਦੇ ਹੋਣਗੇ। ਉਹ ਕਲਪਨਾ ਵਿੱਚ ਹੀ ਅੰਦਾਜ਼ਾ ਲਗਾ ਰਿਹਾ ਸੀ ਕਿ ਅਗਲੇ 3 ਸਾਲਾਂ 'ਚ ਉਹਦੇ ਤੇ ਦੂਜੇ ਜਾਗੀਰਦਾਰਾਂ ਦੇ ਕਿਸਾਨ ਉਸ ਬਾਰੇ ਕੀ ਸੋਚਣਗੇ। ਉਹਦੀ ਬੱਗੀ ਜਦ ਪਿੰਡ ਵਿੱਚੋਂ ਦੀ ਲੰਘ ਰਹੀ ਸੀ ਤਾਂ ਉਹਦੀ ਨਿਗਾਹ ਇੱਕ ਕਿਸਾਨ ਤੇ ਇੱਕ ਤੀਵੀਂ ਉੱਪਰ ਪਈ। ਤੀਵੀਂ ਨੇ ਆਪਣੇ ਸਿਰ ਉੱਤੇ ਪਾਣੀ ਦਾ ਟੱਬ ਰੱਖਿਆ ਸੀ। ਕਿਸਾਨ ਤੇ ਤੀਵੀਂ ਦੋਵੇਂ ਉਹਦੀ ਬੱਗੀ ਵਾਸਤੇ ਰਾਹ ਛੱਡ ਕੇ ਇੱਕ ਪਾਸੇ ਖੜੇ ਹੋ ਗਏ। ਉਹਨੇ ਦੇਖਿਆ ਕਿਸਾਨ ਬੁੱਢਾ ਪੈਸ਼ਨੀਕੋਵ ਸੀ ਤੇ ਤੀਵੀਂ ਉਹਦੀ ਨੂੰਹ ਸੀ, ਸਟੈਪੀਨੀਦਾ। ਯੂਜੀਨ ਨੇ ਉਹਨੂੰ ਪਛਾਣ ਲਿਆ। ਉਹ ਖੁਸ਼ ਸੀ ਕਿ ਸਟੈਪੀਨੀਦਾ ਨੂੰ ਦੇਖ ਕੇ ਉਹਨੂੰ ਕੋਈ ਬੇਚੈਨੀ ਨਹੀਂ ਸੀ ਹੋਈ। ਸਟੈਪੀਨੀਦਾ ਪਹਿਲਾਂ ਵਾਂਗ ਹੀ ਸੁੰਦਰ ਸੀ, ਪਰ ਯੂਜੀਨ ਉੱਤੇ ਇਸ ਗੱਲ ਦਾ ਕੋਈ ਅਸਰ ਨਹੀਂ ਸੀ। ਉਹ ਘਰ ਪਹੁੰਚ ਗਿਆ। ਅੱਛਾ ਭਤੀਜ, ਅਸੀਂ ਹੁਣ ਤੈਨੂੰ ਵਧਾਈਆਂ ਦੇ ਦਈਏ? ਚਾਚੇ ਨੇ ਆਖਿਆ। ਹਾਂ ਚਾਚਾ ਜੀ, ਮੈਂ ਚੁਣਿਆ ਗਿਆ। ਬਹੁਤ ਹੀ ਚੰਗਾ ਹੋਇਆ, ਇਸੇ ਖੁਸ਼ੀ 'ਚ ਪੀਵਾਂਗੇ। ਅਗਲੇ ਦਿਨ ਯੂਜੀਨ ਫਾਰਮ ਦਾ ਕੰਮ ਦੇਖਣ ਗਿਆ ਜਿਹੜਾ ਉਹਨੇ 2 ਮਹੀਨਿਆਂ ਤੋਂ ਛੱਡ ਰੱਖਿਆ ਸੀ। ਦਾਣੇ ਕੱਢਣ ਵਾਲੀ ਮਸ਼ੀਨ ਚੱਲ ਰਹੀ ਸੀ, ਬਹੁਤ ਸਾਰੀਆਂ ਤੀਵੀਆਂ ਕੰਮ ਕਰ ਰਹੀਆਂ ਸਨ। ਉਹ ਤੀਵੀਆਂ ਦਾ ਕੰਮ ਦੇਖਣ ਗਿਆ, ਪਰ ਉਹਨਾਂ ਵੱਲ ਧਿਆਨ ਨਾਲ ਦੇਖਣ ਦਾ ਉਹਦਾ ਕੋਈ ਇਰਾਦਾ ਨਹੀਂ ਸੀ। ਪਰ ਅਚਾਨਕ ਉਹਦੀਆਂ ਨਜ਼ਰਾਂ ਸਟੈਪੀਨੀਦਾ ਦੀਆਂ ਕਾਲੀਆਂ ਅੱਖਾਂ ਤੇ ਲਾਲ ਰੁਮਾਲ ਤੇ ਟਿਕ ਗਈਆਂ। ਉਹ ਤੂੜੀ ਚੁੱਕ ਕੇ ਪਰੇ ਲਿਜਾ ਰਹੀ ਸੀ। ਉਹਨੇ 1-2 ਵਾਰ ਇੱਧਰ ਉੱਧਰ ਦੇਖ ਕੇ ਮਹਿਸੂਸ ਕੀਤਾ ਕਿ ਉਹਦੇ ਅੰਦਰ ਕੁਝ ਹੋ ਰਿਹਾ ਸੀ, ਪਰ ਉਹਨੇ ਇਹਨੂੰ ਬਹੁਤਾ ਗੌਲਿਆ ਨਾ। ਅਗਲੇ ਦਿਨ ਜਦੋਂ ਫਿਰ ਉਸੇ ਥਾਂ ਗਿਆ, ਉੱਥੇ ਬਿਨਾਂ ਮਤਲਬ 2 ਘੰਟੇ ਬੈਠਾ ਰਿਹਾ ਤੇ ਉਹਦੀਆਂ ਅੱਖਾਂ ਸਾਹਮਣੇ ਸਟੈਪੀਨੀਦਾ ਦਾ ਖੂਬਸੂਰਤ ਆਕਾਰ ਤੇ ਉਹਦੀਆਂ ਜਾਣੀਆਂ ਪਛਾਣੀਆਂ ਕਾਲੀਆਂ ਅੱਖਾਂ ਘੁੰਮਦੀਆਂ ਰਹੀਆਂ। ਉਹਦੇ ਖਿਆਲਾਂ ਵਿੱਚ ਗੁਆਚ ਗਿਆ। ਮੁੜ ਉਹੀ ਤੜਫਣੀਆਂ ਜਾਗ ਪਈਆਂ, ਉਹੀ ਡਰ, ਉਹੀ ਭੈ ਜਾਗ ਪਏ ਜਿਨ੍ਹਾਂ ਤੋਂ ਬਚਣ ਦਾ ਕੋਈ ਰਾਹ ਨਹੀਂ ਸੀ। ਉਸ ਨਾਲ ਉਹੀ ਕੁਝ ਹੋ ਰਿਹਾ ਸੀ ਜਿਹਦਾ ਉਹਨੂੰ ਡਰ ਸੀ। ਅਗਲੀ ਸ਼ਾਮ ਪਤਾ ਨਹੀਂ ਕਿਵੇਂ ਉਹਦੇ ਪਿਛਲੇ ਵਿਹੜੇ ਵਿੱਚ ਬਣੇ ਸੁੱਕੇ ਘਾਹ ਵਾਲੇ ਕੋਠੇ 'ਚ ਪਹੁੰਚ ਗਿਆ ਜਿੱਥੇ ਉਹ ਪਿਛਲੀ ਪਤਝੜ 'ਚ ਮਿਲੇ ਸੀ। ਤੁਰਦੇ ਫਿਰਦੇ ਉਹਨੇ ਸਿਗਰਟ ਬਾਲੀ। ਸਾਹਮਣੇ ਖੜੀ ਸਟੈਪੀਨੀਦਾ ਦੀ ਗੁਆਂਢਣ ਉਹਨੂੰ ਦੇਖ ਰਹੀ ਸੀ। ਜਿਉਂ ਹੀ ਉਹ ਘਰ ਆਉਣ ਲਈ ਵਾਪਸ ਮੁੜਿਆ, ਉਹਦੇ ਕੰਨੀ ਜਨਾਨੀ ਆਵਾਜ਼ ਪਈ। ਗੁਆਂਢਣ ਸਟੈਪੀਨੀਦਾ ਨੂੰ ਆਖ ਰਹੀ ਸੀ, ਜਾ ਕੁੜੇ, ਉਹ ਤੈਨੂੰ ਉਡੀਕ ਰਿਹਾ। ਦੇ ਦੀ ਸਹੁੰ, ਜੇ ਝੂਠ ਬੋਲਾਂ, ਉਹ ਉੱਥੇ ਖੜਾ, ਮੂਰਖੇ, ਜਾ। ਉਹਨੇ ਵੇਖਿਆ ਉਹ ਕਿਵੇਂ ਭੱਜ ਕੇ ਘਾਹ ਵਾਲੇ ਕੋਠੇ 'ਚ ਵੜੀ ਸੀ, ਪਰ ਬਾਹਰ ਉਹਨੂੰ ਇੱਕ ਕਿਸਾਨ ਮਿਲ ਗਿਆ। ਹੁਣ ਉਹਦਾ ਕੋਠੇ 'ਚ ਜਾਣਾ ਸੰਭਵ ਨਹੀਂ ਸੀ, ਇਸ ਲਈ ਉਹ ਘਰ ਮੁੜ ਆਇਆ। ਉਹਨੂੰ ਆਪਣੇ ਡਰਾਇੰਗ ਰੂਮ ਦੀ ਹਰ ਚੀਜ਼ ਬੜੀ ਓਪਰੀ ਤੇ ਅਜੀਬ ਲੱਗ ਰਹੀ ਸੀ। ਸਵੇਰੇ ਜਦੋਂ ਉੱਠਿਆ ਸੀ, ਬੜੇ ਹੌਸਲੇ 'ਚ ਸੀ। ਉਹਨੇ ਸਭ ਕੁਝ ਵਗਾ ਮਾਰਨ ਦਾ ਫੈਸਲਾ ਕਰ ਰੱਖਿਆ ਸੀ। ਇਹ ਫੈਸਲਾ ਵੀ ਕਰ ਰੱਖਿਆ ਸੀ ਕਿ ਉਹਨੂੰ ਭੁੱਲ ਜਾਏਗਾ, ਉਸ ਬਾਰੇ ਸੋਚੇਗਾ ਵੀ ਨਹੀਂ। ਪਰ ਪਤਾ ਨਹੀਂ ਕਿਉਂ ਹੁਣ ਉਹਦਾ ਮਨ ਕਿਸੇ ਕੰਮ 'ਚ ਨਹੀਂ ਲੱਗ ਰਿਹਾ ਸੀ। ਜਿਸ ਕੰਮ 'ਚ ਉਹਨੂੰ ਖੁਸ਼ੀ ਮਿਲਦੀ ਸੀ, ਅੱਜ ਉਸ ਕੰਮ ਦੀ ਕੋਈ ਮਹੱਤਤਾ ਨਹੀਂ ਸੀ। ਅਚੇਤ ਹੀ ਉਹ ਹਰ ਕਿਸਮ ਦੇ ਕੰਮ ਤੋਂ ਟਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਸਮਝਦਾ ਸੀ ਚੰਗੀ ਤਰ੍ਹਾਂ ਸੋਚ ਸਮਝ ਕੇ ਵਿਉਂਤਬੰਦੀ ਕਰਨ ਲਈ ਉਹ ਅਜਿਹਾ ਕਰ ਰਿਹਾ ਸੀ, ਪਰ ਜਿਉਂ ਹੀ ਉਹ ਸਾਰੇ ਕੰਮ ਛੱਡ ਕੇ ਇਕਾਂਤ ਵਿੱਚ ਬੈਠਾ, ਉਹਦਾ ਮਨ ਜੰਗਲ ਤੇ ਬਾਗ 'ਚ ਘੁੰਮਣ ਲੱਗ ਪਿਆ। ਉਹੀ ਸਾਰੀਆਂ ਪੁਰਾਣੀਆਂ ਥਾਵਾਂ ਉਹਦੇ ਸਾਹਮਣੇ ਸਾਕਾਰ ਹੋ ਗਈਆਂ। ਉਹੀ ਯਾਦਾਂ ਉਸ ਨੂੰ ਜਕੜ ਕੇ ਬੈਠ ਗਈਆਂ। ਉਹ ਮਹਿਸੂਸ ਕਰ ਰਿਹਾ ਸੀ ਜਿਵੇਂ ਉਹ ਬਾਗ ਵਿੱਚ ਫਿਰ ਕੇ ਨਵੀਆਂ ਸਕੀਮਾਂ ਬਣਾ ਰਿਹਾ ਸੀ, ਪਰ
ਅਸਲ ਵਿੱਚ ਕੁਝ ਵੀ ਨਹੀਂ ਸੀ ਸੋਚ ਰਿਹਾ, ਸਗੋਂ ਬੜੀ ਤੀਬਰਤਾ ਨਾਲ ਤਰਕਹੀਣ ਢੰਗ ਨਾਲ ਉਹਦੇ ਆਉਣ ਦੀ ਉਮੀਦ ਕਰ ਰਿਹਾ ਸੀ। ਕਿਸੇ ਕ੍ਰਿਸ਼ਮੇ ਅਧੀਨ ਉਹ ਸਮਝ ਜਾਏਗੀ ਕਿ ਉਹਦੀ ਉਡੀਕ ਕਰ ਰਿਹਾ ਸੀ। ਉਹ ਝੱਟ ਉੱਥੇ ਚਲੀ ਆਏਗੀ ਤੇ ਉਹ ਕਿਸੇ ਅਜਿਹੀ ਥਾਂ ਚਲੇ ਜਾਣਗੇ ਜਿੱਥੇ ਕੋਈ ਵੀ ਉਹਨਾਂ ਨੂੰ ਦੇਖ ਨਹੀਂ ਸਕੇਗਾ, ਜਾਂ ਉਹ ਰਾਤ ਨੂੰ ਚੰਦ ਛਿਪਣ ਤੋਂ ਪਿੱਛੋਂ ਆਏਗੀ ਜਦੋਂ ਹਨੇਰਾ ਇੰਨਾ ਹੋਏਗਾ ਕਿ ਉਹ ਆਪਣੇ ਆਪ ਨੂੰ ਵੀ ਨਹੀਂ ਦੇਖ ਸਕੇਗੀ। ਉਹ ਆਏਗੀ ਅਜਿਹੀ ਰਾਤ ਵਿੱਚ ਉਹਨੂੰ ਉਸ ਨਾਲ ਸੰਪਰਕ ਕਰੇਗਾ। ਹੁਣ ਅਜਿਹੀ ਹਾਲਤ ਵਿੱਚ ਉਸ ਨਾਲੋਂ ਨਾਤਾ ਤੋੜਨ ਦੀਆਂ ਗੱਲਾਂ ਕਿਵੇਂ ਸੰਭਵ ਸਨ? ਉਹਨੇ ਆਪਣੇ ਆਪ ਨੂੰ ਆਖਿਆ, ਬੰਦੇ ਨੂੰ ਸਿਹਤ ਲਈ ਤੰਦਰੁਸਤ ਸਾਫ਼ ਸੁਥਰੀ ਔਰਤ ਦੀ ਲੋੜ ਹੁੰਦੀ ਹੈ, ਪਰ ਨਹੀਂ, ਜਾਪਦਾ ਬੰਦਾ ਇਸ ਤਰ੍ਹਾਂ ਉਸ ਨਾਲ ਨਹੀਂ ਖੇਡ ਸਕਦਾ। ਮੈਂ ਸੋਚਦਾ ਸੀ ਉਹ ਮੇਰੇ ਕਬਜ਼ੇ ਵਿੱਚ ਹੈ, ਪਰ ਅਸਲ 'ਚ ਮੈਂ ਉਹਦੇ ਕਬਜ਼ੇ 'ਚ ਹਾਂ। ਉਹਨੇ ਮੈਨੂੰ ਬੰਨ੍ਹ ਰੱਖਿਆ ਹੈ, ਛੱਡ ਹੀ ਨਹੀਂ ਰਹੀ। ਸੋਚਦਾ ਸੀ ਮੈਂ ਆਜ਼ਾਦ ਹਾਂ, ਪਰ ਮੈਂ ਆਜ਼ਾਦ ਨਹੀਂ ਸੀ, ਸਗੋਂ ਮੈਂ ਆਪਣੇ ਆਪ ਨੂੰ ਧੋਖਾ ਦੇ ਰਿਹਾ ਸੀ। ਜਦ ਮੈਂ ਵਿਆਹ ਕਰਵਾਇਆ, ਇਹ ਸਭ ਕੁਝ ਬਕਵਾਸ ਸੀ, ਧੋਖਾ ਸੀ। ਜਿਸ ਦਿਨ ਤੋਂ ਮੈਨੂੰ ਮਿਲੀ ਹੈ, ਮੇਰੇ ਅੰਦਰ ਨਵਾਂ ਅਹਿਸਾਸ ਜਾਗਿਆ ਹੈ, ਇੱਕ ਪਤੀ ਦਾ ਅਸਲੀ ਅਹਿਸਾਸ। ਹਾਂ, ਮੈਨੂੰ ਉਸੇ ਨਾਲ ਹੀ ਰਹਿਣਾ ਚਾਹੀਦਾ ਹੈ। ਹੁਣ ਮੇਰੇ ਸਾਹਮਣੇ ਦੋ ਜੀਵਨ ਹਨ, ਜਿਨ੍ਹਾਂ ਵਿੱਚੋਂ ਸਿਰਫ ਇੱਕ ਹੀ ਸੰਭਵ ਹੈ। ਇੱਕ ਜੀਵਨ ਹੈ ਜੋ ਮੈਂ ਲਿਜ਼ਾ ਨਾਲ ਸ਼ੁਰੂ ਕੀਤਾ ਸੀ, ਸੇਵਾ, ਜਾਇਦਾਦ ਦੀ ਸੰਭਾਲ, ਬੱਚੀ ਤੇ ਲੋਕਾਂ ਦਾ ਸਤਿਕਾਰ। ਜੇਕਰ ਮੈਂ ਇਹੀ ਜੀਵਨ ਜਿਉਣਾ ਹੈ ਤਾਂ ਜ਼ਰੂਰੀ ਹੈ ਕਿ ਸਟੈਪੀਨੀਦਾ ਇੱਥੇ ਨਹੀਂ ਹੋਣੀ ਚਾਹੀਦੀ। ਉਹਨੂੰ ਜਾਂ ਤਾਂ ਕਿਧਰੇ ਦੂਰ ਭੇਜ ਦਿੱਤਾ ਜਾਣਾ ਚਾਹੀਦਾ ਤੇ ਜਾਂ ਫਿਰ ਖਤਮ ਕਰ ਦੇਣਾ ਚਾਹੀਦਾ ਹੈ, ਤਾਂ ਜੋ ਉਹਦੀ ਹੋਂਦ ਬਾਕੀ ਨਾ ਰਹੇ। ਜੇਕਰ ਮੈਂ ਦੂਜਾ ਜੀਵਨ ਜਿਉਣਾ ਤਾਂ ਜ਼ਰੂਰੀ ਹੈ ਕਿ ਮੈਂ ਉਹਨੂੰ ਉਹਦੇ ਪਤੀ ਕੋਲੋਂ ਮੰਗ ਲਵਾਂ, ਉਹਨੂੰ ਪੈਸੇ ਦੇ ਦਿਆਂ, ਸਾਰੀ ਸੰਗ ਸ਼ਰਮ ਲਾ ਕੇ ਉਹਦੇ ਨਾਲ ਰਹਿਣ ਲੱਗ ਪਵਾਂ। ਉਸ ਹਾਲਤ 'ਚ ਜ਼ਰੂਰੀ ਹੈ ਕਿ ਲਿਜ਼ਾ ਨਹੀਂ ਹੋਣੀ ਚਾਹੀਦੀ, ਬੱਚੀ ਨਹੀਂ ਹੋਣੀ ਚਾਹੀਦੀ। ਬੱਚੀ ਦੀ ਤਾਂ ਖੈਰ ਕੋਈ ਗੱਲ ਨਹੀਂ, ਲਿਜ਼ਾ ਨਹੀਂ ਹੋਣੀ ਚਾਹੀਦੀ। ਉਹਨੂੰ ਚਲੀ ਜਾਣਾ ਚਾਹੀਦਾ, ਮੈਨੂੰ ਬੁਰਾ ਭਲਾ ਆਖੇ ਤੇ ਚਲੀ ਜਾਵੇ। ਉਹਨੂੰ ਇਹ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਮੈਂ ਉਹਨੂੰ ਇੱਕ ਜੱਟੀ ਨਾਲ ਵਟਾ ਲਿਆ। ਇਹ ਜਾਣ ਲੈਣਾ ਚਾਹੀਦਾ ਹੈ ਕਿ ਮੈਂ ਇੱਕ ਬਦਮਾਸ਼ ਤੇ ਧੋਖੇਬਾਜ਼ ਆਦਮੀ ਹਾਂ। ਨਹੀਂ, ਇਹ ਗੱਲ ਤਾਂ ਬਹੁਤ ਹੀ ਭਿਆਨਕ ਹੈ, ਪਰ ਇਹ ਵੀ ਹੋ ਸਕਦਾ ਹੈ। ਉਹ ਸੋਚ ਰਿਹਾ ਸੀ, ਹੋ ਸਕਦਾ ਲਿਜ਼ਾ ਬਿਮਾਰ ਹੋ ਕੇ ਮਰ ਜਾਏ, ਫਿਰ ਸਭ ਕੁਝ ਵਧੀਆ ਢੰਗ ਨਾਲ ਹੋ ਸਕਦਾ ਹੈ। ਵਧੀਆ ਢੰਗ? ਓਏ ਬਦਮਾਸ਼ਾ, ਨਹੀਂ, ਲਿਜ਼ਾ ਨਹੀਂ ਮਰੇਗੀ। ਜੇਕਰ ਮਰੇਗੀ ਤਾਂ ਸਟੈਪੀਨੀਦਾ ਮਰੇਗੀ। ਜੇਕਰ ਉਹ ਮਰ ਜਾਏ ਤਾਂ ਕਿੰਨਾ ਚੰਗਾ ਹੋਵੇ। ਹਾਂ, ਇਸੇ ਤਰ੍ਹਾਂ ਹੀ ਆਦਮੀ ਆਪਣੀਆਂ ਪਤਨੀਆਂ ਜਾਂ ਪ੍ਰੇਮਿਕਾਵਾਂ ਨੂੰ ਜ਼ਹਿਰ ਦਿੰਦੇ ਹਨ ਜਾਂ ਕਤਲ ਕਰਦੇ ਹਨ। ਉਸ ਨਾਲ ਜੱਫੀ ਪਾਉਣ ਦੀ ਥਾਂ ਉਹਦੀ ਛਾਤੀ 'ਚ ਗੋਲੀ ਮਾਰ ਕੇ ਸਭ ਕੁਝ ਖਤਮ ਕਰ ਦਿੰਦੇ ਹਨ। ਉਹ ਸੱਚਮੁੱਚ ਸ਼ੈਤਾਨ ਹੈ, ਪੂਰੀ ਸ਼ੈਤਾਨ। ਉਹਨੇ ਮੇਰੀ ਮਰਜ਼ੀ ਵਿਰੁੱਧ ਮੇਰੇ ਉੱਤੇ ਕਬਜ਼ਾ ਕਰ ਰੱਖਿਆ। ਕਤਲ? ਹਾਂ, ਸਿਰਫ ਦੋ ਹੀ ਰਾਹ ਹਨ, ਪਤਨੀ ਨੂੰ ਕਤਲ ਕਰਾਂ ਜਾਂ ਉਹਨੂੰ। ਇਸ ਤਰ੍ਹਾਂ ਤਾਂ ਜ਼ਿੰਦਗੀ ਜਿਉਣਾ ਬਹੁਤ ਮੁਸ਼ਕਿਲ ਹੈ, ਅਸੰਭਵ ਹੈ। ਸਾਰੇ ਮਾਮਲੇ ਉੱਤੇ ਵਿਚਾਰ ਕਰਕੇ ਮੈਨੂੰ ਅੱਗੇ ਲਈ ਸੋਚਣਾ ਚਾਹੀਦਾ ਹੈ। ਜੇਕਰ ਹਾਲਾਤ ਐਵੇਂ ਬਣੇ ਰਹੇ ਤਾਂ ਕੀ ਹੋਏਗਾ? ਮੈਂ ਫਿਰ ਆਪਣੇ ਆਪ ਨੂੰ ਕਹਾਂਗਾ, ਮੇਰੇ ਅੰਦਰ ਉਸ ਲਈ ਕੋਈ ਇੱਛਾ ਨਹੀਂ, ਮੈਂ ਉਹਨੂੰ ਛੱਡ ਦਿਆਂਗਾ, ਪਰ ਇਹ ਨਿਰੇ ਸ਼ਬਦ ਹੀ ਹੋਣਗੇ। ਸ਼ਾਮ ਨੂੰ ਮੈਂ ਫਿਰ ਉਹਦੇ ਪਿਛਲੇ ਵਿਹੜੇ ਵਿੱਚ ਜਾਵਾਂਗਾ। ਪਤਾ ਲੱਗਣ ਤੇ ਉਹ ਬਾਹਰ ਆਏਗੀ। ਹਰ ਕਮੀ ਕਮੀਨ ਨੂੰ ਪਤਾ ਲੱਗੇਗਾ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਜਿਉ ਸਕਣਾ ਸੰਭਵ ਹੈ। ਬਿਲਕੁਲ ਅਸੰਭਵ। ਸਿਰਫ ਦੋ ਹੀ ਰਾਹ ਹਨ, ਪਤਨੀ ਨੂੰ ਮਾਰਾਂ ਜਾਂ ਉਸ ਨੂੰ, ਹਾਂ, ਤੀਜਾ ਰਾਹ ਵੀ ਹੈ, ਜਾਂ ਫਿਰ ਆਪਣੇ ਆਪ ਨੂੰ ਮਾਰਾਂ। ਅਜਿਹਾ ਸੋਚ ਕੇ ਉਹਦੇ ਸਾਰੇ ਸਰੀਰ 'ਚ ਕੰਬਣੀ ਛਿੜ ਗਈ। ਹਾਂ, ਆਪਣੇ ਆਪ ਨੂੰ ਮਾਰਨ ਨਾਲ ਉਹਨਾਂ ਨੂੰ ਮਾਰਨ ਦੀ ਲੋੜ ਨਹੀਂ ਪਏਗੀ। ਉਹ ਡਰ ਗਿਆ ਕਿਉਂਕਿ ਉਹਨੇ ਮਹਿਸੂਸ ਕੀਤਾ ਕਿ ਕੇਵਲ ਇਹੀ ਰਾਹ ਸੰਭਵ ਸੀ। ਉਸ ਕੋਲ ਪਿਸਤੌਲ ਸੀ। ਕੀ ਮੈਂ ਸੱਚੀ ਆਪਣੇ ਆਪ ਨੂੰ ਕਤਲ ਕਰਾਂਗਾ? ਇਸ ਬਾਰੇ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ। ਕਿੰਨੀ ਅਜੀਬ ਗੱਲ ਹੋਏਗੀ। ਉਹ ਆਪਣੇ ਪੜ੍ਹਨ ਕਮਰੇ 'ਚ ਗਿਆ, ਅਲਮਾਰੀ ਖੋਲੀ ਜਿਸ 'ਚ ਪਿਸਤੌਲ ਸੀ, ਪਰ ਉਹਨੂੰ ਚੁੱਕਣ ਤੋਂ ਪਹਿਲਾਂ ਲਿਜ਼ਾ ਕਮਰੇ 'ਚ ਆ ਗਈ। ਉਹਨੇ ਪਿਸਤੌਲ ਉੱਤੇ ਅਖਬਾਰ ਰੱਖ ਦਿੱਤਾ। ਫਿਰ ਉਹੀ ਗੱਲ। ਪਤਨੀ ਨੇ ਹੈਰਾਨੀ ਨਾਲ ਉਸ ਵੱਲ ਦੇਖ ਕੇ ਆਖਿਆ, ਉਹੀ ਗੱਲ ਕੀ? ਉਹੀ ਭਿਆਨਕ ਪ੍ਰਭਾਵ ਜਿਹੜਾ ਪਹਿਲਾਂ ਤੁਹਾਡੇ ਚਿਹਰੇ ਉੱਤੇ ਹੁੰਦਾ ਸੀ, ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਨਹੀਂ ਸੀ। ਮੇਰੇ ਪ੍ਰੀਤਮ, ਮੈਨੂੰ ਸਭ ਕੁਝ ਦੱਸੋ। ਮੈਂ ਦੇਖ ਰਹੀ ਹਾਂ ਤੁਸੀਂ ਦੁਖੀ ਹੋ। ਮੈਨੂੰ ਦੱਸੋ, ਤੁਹਾਡਾ ਮਨ ਹਲਕਾ ਹੋ ਜਾਏਗਾ। ਜੋ ਕੁਝ ਵੀ ਹੈ, ਦੁਖੀ ਹੋਣ ਨਾਲੋਂ ਦੱਸਣਾ ਚੰਗਾ ਹੁੰਦਾ ਹੈ। ਕੀ ਮੈਨੂੰ ਨਹੀਂ ਪਤਾ? ਕੋਈ ਖਾਸ ਮਾੜੀ ਗੱਲ ਨਹੀਂ? ਤੈਨੂੰ ਪਤਾ ਹੈ, ਪਰ ਦੱਸੋ, ਦੱਸੋ, ਜ਼ਰੂਰ ਦੱਸੋ। ਮੈਂ ਤੁਹਾਨੂੰ ਹੁਣ ਜਾਣ ਨਹੀਂ ਦਿਆਂਗੀ। ਉਹਦੇ ਬੁੱਲ੍ਹਾਂ ਉੱਪਰ ਤਰਸ ਭਰੀ ਮੁਸਕਾਨ ਸੀ। ਦੱਸੋ, ਦੱਸੋ। ਦੱਸਾਂ? ਇਹ ਨਹੀਂ ਹੋ ਸਕਦਾ। ਨਹੀਂ, ਦੱਸਣ ਵਾਲੀ ਕੋਈ ਖਾਸ ਗੱਲ ਨਹੀਂ।
ਉਹ ਸ਼ਾਇਦ ਦੱਸ ਵੀ ਦਿੰਦਾ, ਪਰ ਉਸੇ ਵੇਲੇ ਬੱਚੀ ਦੀ ਚੁਗਾਵੀ ਅੰਦਰ ਆ ਕੇ ਪੁੱਛਣ ਲੱਗੀ ਕਿ ਕੀ ਉਹ ਬੱਚੀ ਨੂੰ ਬਾਹਰ ਸੈਰ ਕਰਾ ਲਿਆਵੇ। ਲਿਜ਼ਾ ਬੱਚੀ ਦੇ ਕੱਪੜੇ ਪਾਉਣ ਲਈ ਬਾਹਰ ਚਲੀ ਗਈ। ਤੁਸੀਂ ਫਿਰ ਦੱਸਿਓ, ਮੈਂ ਹੁਣੇ ਆਈ। ਹਾਂ, ਸ਼ਾਇਦ। ਇਹ ਸ਼ਬਦ ਆਖਣ ਸਮੇਂ ਜਿਹੜੀ ਤਰਸ ਭਰੀ ਮੁਸਕਾਨ ਉਹਦੇ ਚਿਹਰੇ ਉੱਤੇ ਆਈ, ਲਿਜ਼ਾ ਉਹਨੂੰ ਭੁੱਲ ਨਾ ਸਕੀ। ਉਹ ਬਾਹਰ ਚਲੀ ਗਈ। ਛੇਤੀ ਛੇਤੀ ਚੋਰਾਂ ਵਾਂਗ ਉਹਨੇ ਪਿਸਤੌਲ ਚੁੱਕਿਆ, ਕੇਸ ਵਿੱਚੋਂ ਬਾਹਰ ਕੱਢਿਆ, ਗੋਲੀਆਂ ਭਰੀਆਂ। ਕਾਫੀ ਸਮਾਂ ਪਹਿਲਾਂ ਇੱਕ ਗੋਲੀ ਕਿਧਰੇ ਗੁਆਚ ਗਈ ਸੀ। ਠੀਕ ਹੈ, ਕੀ ਫਰਕ ਪੈਂਦਾ? ਉਹਨੇ ਪਿਸਤੌਲ ਨੂੰ ਪੁੜਪੁੜੀ ਉੱਤੇ ਰੱਖਿਆ, ਕੁਝ ਝਿਜਕਿਆ, ਪਰ ਜਿਉਂ ਹੀ ਸਟੈਪੀਨੀਦਾ ਦੀ ਯਾਦ ਆਈ, ਉਹਨੂੰ ਨਾ ਮਿਲਣ ਦਾ ਫੈਸਲਾ ਯਾਦ ਆਇਆ। ਅੰਦਰਲਾ ਸੰਘਰਸ਼, ਲਾਲਸਾ, ਬਰਬਾਦੀ, ਨਵਾਂ ਸੰਘਰਸ਼। ਉਹ ਡਰ ਭਰੀ ਭਿਆਨਕਤਾ ਨਾਲ ਕੰਬ ਗਿਆ। ਨਹੀਂ, ਇਹੀ ਠੀਕ ਹੈ, ਤੇ ਉਹਨੇ ਘੋੜਾ ਦੱਬ ਦਿੱਤਾ। ਜਦ ਲਿਜ਼ਾ ਭੱਜ ਕੇ ਕਮਰੇ 'ਚ ਆਈ, ਉਹ ਫਰਸ਼ ਉੱਤੇ ਮੁੱਦੇ ਮੂੰਹ ਪਿਆ ਸੀ। ਜ਼ਖਮ ਵਿੱਚੋਂ ਨਿੱਘਾ ਲਹੂ ਬੜੀ ਤੇਜ਼ੀ ਨਾਲ ਵਗ ਰਿਹਾ ਸੀ। ਸਰੀਰ ਤੜਪ ਰਿਹਾ ਸੀ। ਧੰਨਵਾਦ।